ਬਹੁਤ ਘੱਟ ਲੋਕ ਅਜਿਹੇ ਹੁੰਦੇ ਜੋ ਆਪਣੇ ਨਿੱਜੀ ਸੰਘਰਸ਼ ਜਿਹੜੇ ਹੁੰਦੇ ਨੇ, ਔਰ ਹਰ ਪਰਿਵਾਰ ਅਜਿਹਾ ਹੈ ਜਿਨ੍ਹਾਂ ਦੇ ਆਪਣੇ ਉਤਾਰ ਚੜਾਅ ਹੁੰਦੇ ਹੈ, ਆਪਣੇ ਸੰਘਰਸ਼ ਹੁੰਦੇ, ਆਪਣੀਆਂ ਚੁਣੌਤੀਆਂ ਹੁੰਦੀਆਂ, ਪਰ ਬਹੁਤ ਘੱਟ ਪਰਿਵਾਰ ਇਹੋ ਜਿਹੇ ਹੁੰਦੇ ਹੈ ਜੋ ਆਪਣੇ ਨਿੱਜੀ ਤਜਰਬਿਆਂ ਤੋਂ ਸਿੱਖ ਕੇ ਬਾਕੀਆਂ ਦੀ ਮਦਦ ਵਾਸਤੇ ਹੱਥ ਵਧਾਉਂਦੇ ਹੈ, ਅੱਗੇ ਵਧਦੇ ਹੈ। ਸਾਡੇ ਅਗਲੇ ਮਹਿਮਾਨ ਨੇ ਕੁਝ ਅਜਿਹਾ ਹੀ ਕੀਤਾ। ਬਲਜੀਤ ਘੁੰਮਣ ਜੀ ਉਹਨਾਂ ਦਾ ਨਾਂ ਹੈ। ਸਿੱਖਸ ਫॉर ਆਟਿਜ਼ਮ ਨਾਂ ਦੀ ਉਹ ਸੰਸਥਾ ਚਲਾਉਂਦੇ ਨੇ, ਔਰ ਇਸ ਸੰਸਥਾ ਦੇ ਪਿੱਛੇ ਇੱਕ ਬੜੀ ਕਮਾਲ ਦੀ ਨਿੱਜੀ ਕਹਾਣੀ ਹੈ। ਉਹਨਾਂ ਦੀ ਬੇਟੀ ਨੂੰ ਕੁਝ ਸਾਲ ਪਹਿਲਾਂ ਆਟਿਜ਼ਮ ਦੇ ਨਾਲ ਡਾਇਗਨੋਜ਼ ਕੀਤਾ ਗਿਆ ਸੀ, ਔਰ ਉਹਨਾਂ ਨੇ ਉਸ ਤਜਰਬੇ ਤੋਂ ਸਿੱਖਿਆ ਕਿ ਇਸ ਕਮਿਊਨਿਟੀ ਦੇ ਵਿੱਚ, ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਖਾਸ ਕਰਕੇ ਆਟਿਜ਼ਮ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਹੋਣੀਆਂ ਬਾਕੀ ਹੈ। ਇਸ ਵਾਸਤੇ ਉਹਨਾਂ ਨੇ ਇਸ ਸੰਸਥਾ ਦੀ ਸ਼ੁਰੂਆਤ ਕੀਤੀ। ਇਸ ਸੰਸਥਾ ਬਾਰੇ, ਉਹਨਾਂ ਦੀ ਨਿੱਜੀ ਕਹਾਣੀ ਬਾਰੇ, ਆਟਿਜ਼ਮ ਬਾਰੇ ਹੋਰ ਜਾਣਕਾਰੀ ਲੈਂਦੇ ਹਾਂ। ਬਲਜੀਤ ਘੁੰਮਣ ਜੀ ਤੋਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬਲਜੀਤ ਜੀ, ਬਹੁਤ ਬਹੁਤ ਸਵਾਗਤ ਤੁਹਾਡਾ। ਹਾਂਜੀ, ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਧੰਨਵਾਦ। ਬਲਜੀਤ ਜੀ, ਤੁਹਾਡੀ ਬੇਟੀ ਨੂੰ ਆਟਿਜ਼ਮ ਦੇ ਨਾਲ ਡਾਇਗਨੋਜ਼ ਹੋਇਆ ਮੈਨੂੰ ਲੱਗਦਾ ਕਿ 7 ਸਾਲ ਤਕਰੀਬਨ ਹੋ ਗਏ ਨੇ। ਕਦੋਂ ਪਹਿਲਾਂ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਦੇयर ਇਜ਼ ਸਮਥਿੰਗ ਰੋਂਗ, ਕਿ ਉਹ ਬਾਕੀ ਬੱਚਿਆਂ ਤੋਂ ਥੋੜ੍ਹੀ ਜਿਹੀ ਵੱਖਰੀ ਹੈ? ਬਿਲਕੁਲ ਜੀ, ਇਹ ਮੇਰੇ ਆਲਮੋਸਟ ਤਕਰੀਬਨ 7 ਸਾਲ ਦੀ ਸੀ ਜਦੋਂ ਸਾਨੂੰ ਡਾਇਗਨੋਸਿਸ ਮਿਲਿਆ। ਪਰ ਜਦੋਂ ਉਹਦਾ ਸਭ ਤੋਂ ਪਹਿਲਾ ਬਰਥਡੇ ਸੀ, ਫਸਟ ਬਰਥਡੇ ਅਸੀਂ ਸੈਲੀਬ੍ਰੇਟ ਕੀਤਾ ਘਰ ਦੇ ਵਿੱਚ, ਤੇ ਉੱਥੇ ਉਸ ਟਾਈਮ ਕਾਫੀ ਸਾਡੇ ਗੈਸਟ ਫਰੈਂਡਸ ਆਏ ਸਨ। ਤਾਂ ਉਸ ਟਾਈਮ ਜਦੋਂ ਤੁਹਾਡੀ ਕੇਕ ਜਿਹੜੀ ਕਟਿੰਗ ਸੈਰੇਮਨੀ ਹੈ ਉਹਦੇ ਵਿੱਚ ਉਹਨੇ ਬਹੁਤ ਡਿਫਰੈਂਟਲੀ ਰਿਐਕਟ ਕੀਤਾ। ਅੱਛਾ, ਜਿਹੜਾ ਕਿ ਉਹਨੇ ਕਦੀ ਪਹਿਲੋਂ ਨਹੀਂ ਸੀ ਕੀਤਾ। ਔਰ ਉਹ ਸਾਨੂੰ ਲੱਗ ਰਿਹਾ ਸੀਗਾ ਕਿ ਜਿਹੜਾ ਕਰਾਊਡ ਹੈ ਜਾਂ ਜਿਹੜੇ ਜ਼ਿਆਦਾ ਕਰਾਊਡ ਹੈ ਸ਼ਾਇਦ ਉਹਦੇ ਕਰਕੇ ਉਹ ਰਿਐਕਟ ਕਰ ਰਹੀ ਹੈ। ਔਰ ਉਦੋਂ ਸਾਨੂੰ ਪਹਿਲੀ ਵਾਰੀ ਇਹ ਅਸੀਂ ਡਿਸਕਸ ਕੀਤਾ ਕਿ ਇੰਨੀ ਬੁਰੀ ਤਰ੍ਹਾਂ ਰਿਐਕਸ਼ਨ ਪਹਿਲੋਂ ਕਦੀ ਨਹੀਂ ਹੋਇਆ। ਜਿੱਦਾਂ ਕੋਈ ਬੱਚਾ ਸ਼ਾਏ ਹੁੰਦਾ ਹੈ, ਪਰ ਉਹ ਥੋੜਾ ਡਿਫਰੈਂਟ ਸੀਗਾ। ਉਹਨੂੰ ਐਕਸਪਲੇਨ ਕਰਨਾ ਹਾਰਡ ਹੈ ਕਿ ਜੋ ਉਸ ਮੂਮੈਂਟ 'ਤੇ ਅਸੀਂ ਮਹਿਸੂਸ ਕੀਤਾ ਕਿ ਦੇयर ਇਜ਼ ਸਮਥਿੰਗ ਡਿਫਰੈਂਟ। ਤਾਂ ਉਸ ਤੋਂ ਬਾਅਦ ਫਿਰ ਅਸੀਂ ਹੋਰ ਅਸੈਸ ਅਸੀਂ ਮੋਨੀਟਰ ਕੀਤਾ, ਔਰ ਸਰਟਨ ਬਿਹੇਵੀਅਰਸ ਫਿਰ ਉਸ ਤਰ੍ਹਾਂ ਹੋਏ। ਔਰ ਜ਼ਿਆਦਾਤਰ ਉਦੋਂ ਹੁੰਦਾ ਸੀ ਜਦੋਂ ਘਰ ਦੇ ਵਿੱਚ ਕੋਈ ਗੈਸਟ ਆਏ ਜਾਂ ਕਰਾਊਡ ਹੁੰਦਾ ਜਾਂ ਪਾਰਟੀ ਹੁੰਦੀ ਹੈ। ਸੋ ਕਿਹੋ ਜਿਹੀਆਂ ਚੀਜ਼ਾਂ ਹੁੰਦੀਆਂ ਸੀ ਜਦੋਂ ਗੈਸਟ ਆਉਂਦੇ ਸੀ ਜਾਂ ਬਾਹਰਲੇ ਲੋਕਾਂ ਨਾਲ ਮਿਲਦੀ ਸੀ? ਕਿਹੋ ਜਿਹਾ ਬਿਹੇਵੀਅਰ ਹੁੰਦਾ ਸੀ? ਉਹ ਜਿਹੜੇ ਗੈਸਟ ਨਾਲ ਇੰਟਰੈਕਟ ਨਹੀਂ ਸੀ ਕਰਨਾ ਚਾਹੁੰਦੀ, ਉਸ ਕਮਰੇ 'ਚ ਨਹੀਂ ਸੀ ਅਸੀਂ ਬਿਠਾ ਸਕਦੇ ਉਸਨੂੰ, ਉਸ ਕਮਰੇ 'ਚ ਉਹ ਬਾਹਰ ਜਾਣਾ ਚਾਹੁੰਦੀ ਸੀਗੀ। ਜਾਂ ਜਿਹੜੇ ਬੱਚੇ ਆਏ ਨੇ ਉਹਨਾਂ ਦੇ ਨਾਲ ਉਹ ਮਿਕਸਅਪ ਨਹੀਂ ਸੀ ਹੁੰਦੀ, ਉਹਨਾਂ ਨਾਲ ਖੇਲਣਾ ਨਹੀਂ ਸੀ ਚਾਹੁੰਦੀ ਉਹ। ਔਰ ਉਹ ਉਸ ਤੋਂ ਜਿਹੜੀਆਂ ਉਹ ਚੀਜ਼ਾਂ ਸਾਨੂੰ ਮਹਿਸੂਸ ਹੋਈਆਂ ਕਿ ਸਮਥਿੰਗ ਡਿਫਰੈਂਟ, ਤੇ ਅਸੀਂ ਇਸ ਚੀਜ਼ ਫਿਰ ਡਾਕਟਰ ਨਾਲ ਮੈਂਸ਼ਨ ਕੀਤੀ। ਔਰ ਉਸ ਤੋਂ ਬਾਅਦ ਫਿਰ ਜਿਹੜਾ ਮੈਡੀਕਲ ਅਪੁਆਇੰਟਮੈਂਟਸ ਦਾ ਸਫ਼ਰ ਸ਼ੁਰੂ ਹੋਇਆ, ਔਰ ਤਕਰੀਬਨ ਸਾਨੂੰ ਜੀ 7 ਸਾਲ ਲੱਗੇ ਉਸ ਤੋਂ ਬਾਅਦ ਡਾਇਗਨੋਸਿਸ ਮਿਲਿਆ ਆਟਿਜ਼ਮ ਦਾ। 7 ਸਾਲ ਬਾਅਦ ਡਾਇਗਨੋਸਿਸ ਮਿਲਿਆ। ਤੁਹਾਡੇ ਵਰਗੇ ਕਿੰਨੇ ਸਾਰੇ ਪਰਿਵਾਰ ਨੇ ਜਿਨ੍ਹਾਂ ਨੂੰ ਇਹ ਡਾਇਗਨੋਸਿਸ ਹੀ ਨਹੀਂ ਮਿਲ ਪਾਉਂਦਾ। ਇਹਦੀ ਵਜ੍ਹਾ ਕੀ ਹੈ? ਜਿਹੜੇ ਸਿੰਪਟਮਸ ਹੁੰਦੇ ਨੇ ਆਟਿਜ਼ਮ ਦੇ, ਉਹ ਕੀ ਇੰਨੇ ਮਾਈਲਡ ਹੁੰਦੇ ਹੈ ਕਿ ਨਜ਼ਰਅੰਦਾਜ਼ ਕਰਨੇ ਸੌਖੇ ਹੋ ਜਾਂਦੇ, ਜਾਂ ਵੈਸੇ ਹੀ ਆਪਾਂ ਜਾਣਦੇ ਹੋਏ ਵੀ ਅਣਜਾਣ ਬਣ ਜਾਂਦੇ ਹਾਂ? ਹਾਂਜੀ, ਇਹਦੇ 'ਚ 2-3 ਚੀਜ਼ਾਂ ਨੇ ਜੀ। ਪਹਿਲੋਂ ਤਾਂ ਮੈਂ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਐਕਸਪਲੇਨ ਕਰ ਦੇਵਾਂ, ਜਿਹਨਾਂ ਨੂੰ ਸ਼ਾਇਦ ਨਾ ਇਸ ਚੀਜ਼ ਦੀ ਸਮਝ ਹੋਵੇ, ਕਿ ਜਿਹੜਾ ਆਟਿਜ਼ਮ ਹੈ ਇਹ ਇੱਕ ਨਿਊਰੋਲੋਜੀਕਲ ਡਿਸਆਰਡਰ ਹੈ, ਔਰ ਇਹਦਾ ਬ੍ਰੇਨ ਫੰਕਸ਼ਨ 'ਤੇ ਜਿਹੜਾ ਇਫੈਕਟ ਹੁੰਦਾ ਹੈ ਜੀ। ਸੋ ਜਿਹੜੇ ਆਟਿਸਟਿਕ ਜਿਹੜੇ ਬੱਚੇ ਜਾਂ ਅਡਲਟਸ ਨੇ ਉਹਨਾਂ ਨੂੰ ਆਪਣੀ ਕਮਿਊਨੀਕੇਸ਼ਨ ਦੇ ਵਿੱਚ ਮੁਸ਼ਕਿਲ ਆਉਂਦੀ ਹੈ, ਸੋਸ਼ਲ ਸਿਚੁਏਸ਼ਨਸ ਦੇ ਵਿੱਚ ਉਹਨਾਂ ਨੂੰ ਡੀਲ ਕਰਨ ਦੀ ਮੁਸ਼ਕਿਲ ਆਉਂਦੀ ਹੈ, ਔਰ ਉਹਨਾਂ ਦੇ ਰਿਪੀਟਡ ਬਿਹੇਵੀਅਰਸ ਹੁੰਦੇ ਨੇ, ਰਿਪੀਟਡ ਪੈਟਰਨਸ ਹੁੰਦੇ ਨੇ ਕਿ ਇੱਕ ਚੀਜ਼ ਨੂੰ ਬਾਰ-ਬਾਰ ਕਰੀ ਜਾਣਾ। ਜਿਵੇਂ ਕਿ ਤੁਸੀਂ ਆਪਣੇ ਹੱਥ ਫਲੈਪ ਕਰਨੇ ਜਾਂ ਸਿਰ ਮਾਰਨਾ ਥੱਲੇ ਫਰਸ਼ ਦੇ ਵਿੱਚ, ਕੰਧ ਦੇ ਵਿੱਚ ਛੋਟੇ ਬੱਚੇ ਕਰਦੇ ਨੇ, ਔਰ ਰਿਪੀਟਡਲੀ ਉਹ ਕਰਨਾ। ਔਰ ਬੜੀ ਲਿਮਿਟਡ ਜਿਹੜੀਆਂ ਐਕਟੀਵਿਟੀਜ਼ ਨੇ ਉਹਨਾਂ ਦੇ ਵਿੱਚ ਤੁਹਾਡਾ ਇੰਟਰਸਟ ਹੋਣਾ। ਸੋ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਸਪੈਸ਼ਲੀ ਸਾਊਥ ਏਸ਼ੀਅਨਸ ਕਲਚਰਲੀ ਇਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਹਾਂ ਕਿ ਬੱਚਾ ਹੈ, ਔਰ ਮੈਜੋਰਿਟੀ ਟਾਈਮ ਇਹ ਹੁੰਦਾ ਵੀ ਹੈ ਕਿ ਬੱਚਾ ਸਰਟਨ ਜਿਹੜੇ ਬਿਹੇਵੀਅਰ ਹੈ ਉਹਦੇ ਵਿੱਚੋਂ ਲੰਘਦਾ ਹੈ ਜਿਵੇਂ ਉਸ ਦੀ ਗਰੋਥ ਹੁੰਦੀ ਹੈ। ਪਰ ਇਹਦੇ ਜਿਹੜੇ ਲੱਛਣ ਕਹਿ ਲਓ ਜਾਂ ਜਿਹੜੇ ਇਹਦੇ ਸਿੰਪਟਮਸ ਜਾਂ ਜਿਹੜੇ ਤੁਹਾਨੂੰ ਵਿਜ਼ੀਬਲੀ ਤੁਸੀਂ ਦੱਸ ਸਕਦੇ ਹੋ ਉਹ ਹੈਗੇ ਨੇ ਕਿ ਜਿਹੜੇ ਆਟਿਸਟਿਕ, ਮੈਜੋਰਿਟੀ ਆਟਿਸਟਿਕ ਜਿਹੜੇ ਲੋਕ ਨੇ ਉਹ ਤੁਹਾਡੇ ਨਾਲ ਗੱਲ ਕਰਨ ਲੱਗਿਆਂ ਤੁਹਾਡੀਆਂ ਅੱਖਾਂ 'ਚ ਨਹੀਂ ਦੇਖਦੇ। ਆਈ ਕਾਂਟੈਕਟ ਨਹੀਂ ਕਰਦੇ ਤੁਹਾਡੇ ਨਾਲ, ਪਰ ਉਹਨਾਂ ਨੂੰ ਉਹ ਤੁਹਾਨੂੰ ਸੁਣ ਰਹੇ ਹੁੰਦੇ ਨੇ, ਤੁਹਾਡਾ ਜਵਾਬ ਵੀ ਦੇਣਗੇ, ਪਰ ਤੁਹਾਨੂੰ ਆਈ ਕਾਂਟੈਕਟ ਨਹੀਂ ਕਰਦੇ। ਔਰ ਇਹ ਸਭ ਤੋਂ ਵੱਡਾ ਇਸ ਚੀਜ਼ ਦਾ ਲੱਛਣ ਹੈ। ਉਸ ਤੋਂ ਬਾਅਦ ਜਿਹੜੇ ਬੱਚੇ ਨੇ ਕਿ ਜਿਹੜੇ ਟॉयਜ਼ ਨੇ ਉਹਨਾਂ ਦੇ ਨਾਲ ਉਹ ਆਮ ਬੱਚਿਆਂ ਦੀ ਤਰ੍ਹਾਂ ਨਹੀਂ ਖੇਲਦੇ। ਕਿ ਜੇ ਤੁਸੀਂ ਕੋਈ ਵੀ ਜਿਹੜੇ ਡੋਲਸ ਜਾਂ ਕਾਰ ਜਾਂ ਕੋਈ ਵੀ ਹੋਰ ਜਿਹੜੇ ਟॉयਜ਼ ਨੇ ਉਹਨਾਂ ਨੂੰ ਉਹ ਇੱਕ ਪੈਟਰਨ ਦੇ ਵਿੱਚ, ਇੱਕ ਲਾਈਨ ਦੇ ਵਿੱਚ, ਇੱਕ ਸਰਟਨ ਸਰਕਲ ਦੇ ਵਿੱਚ
ਸਕੁਏਅਰ ਦੇ ਵਿੱਚ ਉਹਨਾਂ ਨੂੰ ਉਹ ਲਾਉਂਦੇ ਨੇ। ਉਹ ਭਾਵੇਂ ਟॉयਜ਼ ਹੋਣ ਜਾਂ ਕੋਈ ਹੋਰ ਚੀਜ਼ ਉਹਨਾਂ ਨੂੰ ਦੇ ਦਿੱਤੀ ਜਾਵੇ, ਉਹਨਾਂ ਨੂੰ ਜੇ ਕਾਰ ਹੈ ਤੇ ਉਹ ਕਾਰ ਨੂੰ ਚਲਾ ਕੇ ਨਹੀਂ ਖੇਲਣਗੇ ਉਹਦੇ ਨਾਲ, ਉਹਨੂੰ ਇੱਕ ਸਰਟਨ ਪੈਟਰਨਸ 'ਚ ਉਹਨਾਂ ਨੂੰ ਰੱਖ ਕੇ ਉਹਨਾਂ ਦੇ ਨਾਲ ਖੇਲਣਗੇ। ਸੋ ਇਹ ਵੀ ਇੱਕ ਜਿਹੜਾ ਇੰਡੀਕੇਸ਼ਨ ਹੁੰਦੀ ਹੈ ਇਹਦੀ। ਸੋ ਜਾਂ ਇੱਕ ਲਾਈਨ 'ਚ ਲਾਈ ਜਾਣਾ ਜਾਂ ਇੱਕ ਸਰਕਲ ਦੇ ਵਿੱਚ ਲਾਈ ਜਾਣਾ, ਇਸ ਤਰ੍ਹਾਂ ਦੇ ਪੈਟਰਨਸ ਹੈ ਨਾ, ਇਸ ਤਰ੍ਹਾਂ ਦੇ ਪੈਟਰਨ ਹੁੰਦੇ ਨੇ। ਔਰ ਕਈ ਵਾਰੀ ਕੀ ਹੁੰਦਾ ਕਿ ਇਹਨਾਂ ਪੈਟਰਨਸ ਨੂੰ ਜੇ ਸਾਨੂੰ ਨਾ ਸਮਝ ਹੋਵੇ ਅਸੀਂ ਇਗਨੋਰ ਕਰ ਦਿੰਦੇ ਹਾਂ। ਔਰ ਜਿਹੜਾ ਇਸ਼ੂ ਹੈਗਾ ਕਿ ਜਦੋਂ ਇਹ ਜਿਹੜੀ ਔਟਿਜ਼ਮ ਦਾ ਡਾਇਗਨੋਸਿਸ ਜਿੰਨੀ ਅਰਲੀ ਹੋ ਜਾਵੇ ਉਹ ਬੈਟਰ ਹੈ, ਕਿਉਂਕਿ ਜਿੰਨਾ ਟਾਈਮ ਲੇਟ ਹੋ ਜਾਂਦਾ ਹੈ ਜਿਹੜੀਆਂ ਇਹਦੀਆਂ ਥੈਰੇਪੀਜ਼ ਨੇ ਉਹਨਾਂ ਦਾ ਅਸਰ ਘੱਟ ਹੈ ਫਿਰ ਇਹਦੇ 'ਤੇ। ਬਲਜੀਤ ਜੀ, ਮੈਂ ਪੇਰੈਂਟ ਹੋਣ ਦੇ ਨਾਤੇ ਇਮੈਜਿਨ ਵੀ ਨਹੀਂ ਕਰ ਸਕਦੀ ਕਿ ਜਦੋਂ ਤੁਹਾਨੂੰ ਇਹ ਡਾਇਗਨੋਸਿਸ ਮਿਲਦਾ ਤਾਂ ਤੁਹਾਡੇ ਜ਼ਿਹਨ 'ਤੇ ਕੀ ਚੱਲ ਰਿਹਾ ਹੁੰਦਾ ਉਸ ਵੇਲੇ। ਤੁਹਾਨੂੰ ਜਦੋਂ ਪਤਾ ਲੱਗਾ, ਤੁਹਾਨੂੰ ਅਤੇ ਤੁਹਾਡੀ ਵਾਈਫ ਨੂੰ, ਕਿ ਤੁਹਾਡੀ ਬੇਟੀ ਆਟਿਸਟਿਕ ਹੈ, ਤਾਂ ਕੀ ਜ਼ਿਹਨ ਦੇ ਵਿੱਚ ਪਹਿਲਾ ਖਿਆਲ ਆਇਆ? ਕਿੰਨਾ ਕੁ ਪਤਾ ਸੀ ਇਸ ਬਿਮਾਰੀ ਬਾਰੇ ਉਦੋਂ? ਜੀ ਦੇਖੋ, ਜਿਹੜਾ ਔਟਿਜ਼ਮ ਹੈ ਇਹ ਹੈਗਾ ਜੀ ਔਟਿਜ਼ਮ ਸਪੈਕਟਰਮ ਡਿਸਆਰਡਰ, ਐਕਚੁਅਲੀ ਇਹਦਾ ਪੂਰਾ ਨਾਂ ਹੈ। ਸੋ ਇਹ ਕੋਈ ਸਰਟਨ ਇੱਕ ਚੀਜ਼ ਨਹੀਂ ਹੈ, ਇਹ ਸਪੈਕਟਰਮ ਹੈਗਾ ਹੈ। ਸਪੈਕਟਰਮ ਬੜਾ ਵਾਈਡ ਹੈ ਔਰ ਹਰ ਬੱਚਾ, ਹਰ ਇੰਡੀਵਿਜੂਅਲ, ਹਰ ਅਡਲਟ ਜਿਹੜਾ ਆਟਿਸਟਿਕ ਹੈ ਉਹ ਸੇਮ ਨਹੀਂ ਹੈ। ਉਹਨਾਂ ਦੇ ਜਿਹੜੇ ਸਿੰਪਟਮਸ ਜਾਂ ਉਹਨਾਂ ਦੇ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ ਉਹ ਵੱਖਰੀਆਂ ਨੇ। ਸੋ ਇੱਕ ਆਟਿਸਟਿਕ ਚਾਈਲਡ ਦੂਸਰੇ ਆਟਿਸਟਿਕ ਚਾਈਲਡ ਤੋਂ ਡਿਫਰੈਂਟ ਹੈ, ਟੋਟਲੀ ਯੂਨੀਕ ਹੈ। ਔਰ ਇਸੇ ਕਰਕੇ ਇਹਦਾ ਡਾਇਗਨੋਸਿਸ ਕਰਨਾ ਬੜਾ ਹਾਰਡ ਹੋ ਜਾਂਦਾ ਹੈ। ਜਿਹੜਾ ਹਾਈ ਫੰਕਸ਼ਨਿੰਗ ਆਟਿਜ਼ਮ ਹੈ ਔਰ ਜੋ ਮੇਰੀ ਬੇਟੀ ਨੂੰ ਹੈ, ਉਹਦੇ ਵਿੱਚ ਤੁਹਾਨੂੰ ਇਹ ਇੱਕ ਫਾਈਨ ਲਾਈਨ ਹੈ, ਬੜਾ ਮੁਸ਼ਕਿਲ ਹੋ ਜਾਂਦਾ ਦੱਸਣਾ ਕਿ ਬੱਚਾ ਜਾਣ ਬੁੱਝ ਕੇ ਕਰ ਰਿਹਾ ਹੈ ਕਿ ਵਾਕਿਆ ਹੀ ਕੋਈ ਹੋਰ ਇਸ਼ੂ ਹੈਗਾ। ਤੇ ਜਿਹੜਾ ਲੋ ਐਂਡ ਹੈ ਆਟਿਜ਼ਮ ਦਾ, ਉਹਦੇ ਵਿੱਚ ਤੁਹਾਨੂੰ ਪ੍ਰੋਬਲਮ ਜਿਹੜੀ ਹੈ ਜਿਹੜੀ ਵਿਜ਼ੀਬਲੀ ਦਿਖ ਰਹੀ ਹੁੰਦੀ ਹੈ। ਔਰ ਉਹਦੇ ਵਿੱਚ ਕਈ ਵਾਰੀ ਕਈ ਆਟਿਸਟਿਕ ਬੱਚੇ ਜਿਹੜੇ ਨੇ ਨੌਨ ਵਰਬਲ ਹੁੰਦੇ ਨੇ, ਉਹ ਬੋਲਦੇ ਨਹੀਂ ਹੈ। ਸੋ ਸਾਨੂੰ ਜਿਵੇਂ ਮੈਂ ਦੱਸਿਆ ਕਿ 7 ਸਾਲ ਲੱਗੇ, ਬਹੁਤ ਅਪਾਇੰਟਮੈਂਟਸ ਹੋਈਆਂ, ਬਹੁਤ ਡਾਕਟਰਸ ਨੂੰ ਦੇਖਿਆ ਔਰ ਉਹਨਾਂ ਜਿਹੜੇ 6-7 ਸਾਲ ਦੇ ਵਿੱਚ ਹੀ ਸਾਨੂੰ ਕਾਫੀ ਆਈਡੀਆ ਹੋ ਗਿਆ ਔਰ ਅਸੀਂ ਕਾਫੀ ਹੱਦ ਤੱਕ ਪ੍ਰਿਪੇਅਰ ਹੋ ਚੁੱਕੇ ਸੀਗੇ ਕਿ ਜਦੋਂ ਵੀ ਇਵੈਂਚੁਅਲੀ ਡਾਇਗਨੋਸਿਸ ਮਿਲਿਆ ਅਸੀਂ ਉਹਦੀ ਰਿਸਰਚ ਕਰ ਰਹੇ ਸੀਗੇ ਕਿ ਕੀ ਚੀਜ਼ ਹੈ, ਕੀ ਹੋ ਸਕਦਾ ਹੈ ਪੋਸੀਬਲੀ। ਤੇ ਜਦੋਂ ਸਾਨੂੰ ਫਾਈਨਲੀ ਫਿਰ ਇੱਕ ਸਪੈਸ਼ਲਿਸਟ ਕੋਲ ਗਏ ਜਿਸਨੇ ਇਹ ਗੱਲ ਆਖੀ ਕਿ ਆਟਿਜ਼ਮ ਇਜ਼ ਨਾਟ ਬਲੈਕ ਐਂਡ ਵਾਈਟ, ਇਹਦੇ ਉੱਤੇ ਇੱਕਦਮ ਉਂਗਲੀ ਰੱਖ ਕੇ ਨਹੀਂ ਕਿਹਾ ਜਾ ਸਕਦਾ ਕਿ ਆਹ ਚੀਜ਼ ਜਿਹੜੀ ਹੈ ਇਹ ਇਸ਼ੂ ਹੈ, ਪਰ ਇਹ ਮੋਸਟ ਲਾਈਕਲੀ ਹਾਈ ਫੰਕਸ਼ਨਿੰਗ ਆਟਿਜ਼ਮ ਹੈ। ਇਹਦੇ ਵਿੱਚ ਆ ਜਿਹੜੇ ਸਰਟਨ ਪੈਟਰਨ ਜਾਂ ਸਰਟਨ ਚੀਜ਼ਾਂ ਜਿਹੜੀਆਂ ਅਸੀਂ ਦੇਖੀਆਂ ਉਹਦੇ ਹਿਸਾਬ ਨਾਲ ਇਹ ਆਟਿਜ਼ਮ ਹੈਗਾ। ਸੋ ਜਦੋਂ ਸਾਨੂੰ ਉਹ ਡਾਇਗਨੋਸ ਮਿਲ ਗਿਆ ਉਦੋਂ ਵੀ ਹਜੇ ਅਸੀਂ ਵੀ ਐਕਚੁਅਲੀ ਡਿਨਾਇਲ ਵਿੱਚ ਸੀਗੇ ਕਿ ਸ਼ਾਇਦ ਆਟਿਜ਼ਮ ਨਾ ਹੋਵੇ, ਸ਼ਾਇਦ ਬੱਚਾ ਉਸ ਤਰ੍ਹਾਂ ਹੀ ਸ਼ਰਾਰਤੀ ਹੈ ਜਾਂ ਬੱਚਾ ਜਾਣ ਬੁੱਝ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਹੈ, ਕਿਉਂਕਿ ਸਾਡਾ ਕਲਚਰਲੀ ਸਾਨੂੰ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਪ੍ਰੈਪਰੇਸ਼ਨ ਮਿਲੀ ਹੁੰਦੀ ਹੈ ਕਿ ਅਸੀਂ ਡਿਨਾਇਲ ਮੋਡ 'ਚ ਹੁੰਦੇ ਹਾਂ। ਜਦੋਂ ਸਾਨੂੰ ਡਾਇਗਨੋਸਿਸ ਹਸਪੀਟਲ ਦੇ ਰੂਮ ਦੇ ਵਿੱਚ ਉਦੋਂ ਮਿਲਿਆ, ਸੋ ਸਭ ਤੋਂ ਪਹਿਲੋਂ ਜਿਹੜੇ ਓਬਵੀਅਸਲੀ ਆਵਰ ਹਾਰਟ ਸੈਂਕ ਐਟ ਦੈਟ ਟਾਈਮ, ਉਸ ਟਾਈਮ ਬੜਾ ਅਸੀਂ ਮਾਯੂਸ ਗਏ ਕਿ ਅੱਛਾ ਇਹ ਵਾਕਿਆ ਹੀ ਆਟਿਜ਼ਮ ਹੈ ਇਸ ਨੂੰ, ਕਿਉਂਕਿ ਡਾਕਟਰ ਨੇ ਡਾਇਗਨੋਸਿਸ ਦੇ ਦਿੱਤਾ ਔਰ ਨਾਲ ਦੀ ਨਾਲ ADHD ਦਾ ਡਾਇਗਨੋਸਿਸ ਵੀ ਮਿਲਿਆ ਜਿਹੜਾ ਕਿ ਅਟੈਂਸ਼ਨ ਡੈਫਿਸਿਟ ਡਿਸਆਰਡਰ ਹੈ। ਔਰ ਉਸ ਟਾਈਮ ਸਭ ਤੋਂ ਪਹਿਲੋਂ ਸਾਡਾ ਜਿਹੜੇ ਅਸੀਂ ਉਹ ਚੀਜ਼ ਸ਼ੇਅਰ ਨਹੀਂ ਸੀ ਕਰਦੇ ਕਿਸੇ ਦੇ ਨਾਲ। ਅਸੀਂ ਕਿਸੇ ਨੂੰ ਸਾਨੂੰ ਇਹ ਨਹੀਂ ਸੀ ਪਤਾ ਕਿ ਅਸੀਂ ਕਿਸੇ ਨਾਲ ਗੱਲ ਕਿਸ ਤਰ੍ਹਾਂ ਕਰੀਏ ਜਾਂ ਕਿਸੇ ਨੂੰ ਦੱਸੀਏ ਕਿ ਸਾਡੀ ਜਿਹੜੀ ਫੈਮਿਲੀ ਜਾਂ ਜਿਹੜੀ ਸੁਸਾਇਟੀ ਹੈ ਜਾਂ ਸਾਡਾ ਕਲਚਰ ਹੈ ਜਾਂ ਸਾਡਾ ਸਾਊਥ ਏਸ਼ੀਅਨ ਕਮਿਊਨਿਟੀ ਹੈ ਉਹਦੇ ਵਿੱਚ ਅਸੀਂ ਇਸ ਬੱਚੇ ਨੂੰ ਕਿਵੇਂ ਪਾਲਾਂਗੇ ਔਰ ਕਿਵੇਂ ਇਹਦੀ ਐਕਸੈਪਟੈਂਸ ਹੋਏਗੀ, ਉਹਦੇ ਵਿੱਚ ਜਿਹੜੀ ਇਨਕਲੂਜਨ ਹੈ ਉਸ ਚੀਜ਼ ਦਾ ਸਾਨੂੰ ਡਰ ਸੀ। ਔਰ ਉਸ ਟਾਈਮ ਸਭ ਤੋਂ ਵੱਡਾ ਸਾਡਾ ਇਹੀ ਜਿਹੜਾ ਮਨ ਦੇ ਵਿੱਚ ਖਾਲਸਾ ਸੀਗਾ ਕਿ ਅਸੀਂ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਆਪਣੀ ਬੇਟੀ ਨੂੰ ਕਿਵੇਂ ਇਹਦਾ ਜਿਹੜਾ ਪਾਲਣ ਪੋਸ਼ਣ ਕਰਾਂਗੇ, ਜਿਹੜੀ ਬਾਕੀ ਜਿਹੜੀ ਲਾਈਫ ਹੈ ਅਡਲਟਹੁੱਡ ਦੀ ਲਾਈਫ ਉਹ ਕਿਸ ਤਰ੍ਹਾਂ ਦੀ ਹੋਏਗੀ। ਸੋ ਉਹ ਇੱਕ ਫੀਅਰ ਸੀ ਉਸ ਟਾਈਮ ਬਹੁਤ ਵੱਡਾ ਸਾਡੇ ਮਨ 'ਚ। ਬਲਜੀਤ ਜੀ, ਆਮ ਬੱਚਿਆਂ ਨਾਲੋਂ ਥੋੜ੍ਹਾ ਜਿਹਾ ਸਾਨੂੰ ਐਕਸਪਲੇਨ ਕਰੋ ਕਿ ਇੱਕ ਇਸ ਬੇਟੀ ਦਾ, ਤੁਹਾਡੀ ਬੇਟੀ ਦਾ ਜਿਸ ਨੂੰ ਡਾਇਗਨੋਜ਼ ਕੀਤਾ ਗਿਆ, ਪਾਲਣ ਪੋਸ਼ਣ ਬਾਕੀ ਬੱਚਿਆਂ ਨਾਲੋਂ ਕਿਸ ਤਰ੍ਹਾਂ ਵੱਖਰਾ ਹੈ? ਕਿਸ ਤਰ੍ਹਾਂ ਆਪਣੇ ਆਪ ਨੂੰ ਢਾਲਣਾ ਪਿਆ? ਕਿਸ ਤਰ੍ਹਾਂ ਆਪਣੇ ਪਰਿਵਾਰ ਨੂੰ, ਘਰ ਨੂੰ, ਆਪਣੀ ਸੋਚ ਨੂੰ, ਸਮਝ ਨੂੰ ਉਸ ਮੁਤਾਬਕ ਬਦਲਣਾ ਪਿਆ? ਕਿਹੜੇ ਚੇਂਜਸ ਲਿਆਉਣੇ ਪਏ ਜ਼ਿੰਦਗੀ ਦੇ ਵਿੱਚ? ਹਾਂਜੀ ਬਿਲਕੁਲ ਜੀ, ਅਸੀਂ ਇੱਕ ਆਟਿਸਟਿਕ ਬੱਚੇ ਨੂੰ ਰੇਜ਼ ਕਰਨਾ ਮੈਂ ਸਮਝਦਾ ਕਿ ਸਲਾਈਟਲੀ ਤੇ ਕੀ ਕਾਫੀ ਡਿਫਰੈਂਟ ਹੈਗਾ ਡਿਪੈਂਡਿੰਗ ਔਨ ਕਿ ਤੁਹਾਡਾ ਬੱਚਾ ਸਪੈਕਟਰਮ ਤੇ ਕਿੱਥੇ ਹੈਗਾ, ਹਾਈ ਫੰਕਸ਼ਨਿੰਗ ਤੇ ਆ ਕਿ ਲੋ ਫੰਕਸ਼ਨਿੰਗ ਤੇ ਆ। ਜਿਹੜੇ ਬੱਚੇ ਲੋ ਫੰਕਸ਼ਨਿੰਗ ਤੇ ਆ ਉਹਨਾਂ ਦੀ ਕਾਫੀ ਜ਼ਿਆਦਾ ਸਟਰਗਲ ਹੋ ਸਕਦੀ ਹੈ। ਜਿਹੜੇ ਹਾਈ ਫੰਕਸ਼ਨਿੰਗ ਹੈ ਡਿਪੈਂਡਿੰਗ
देयर इज लॉट ऑफ स्ट्रगल क्योंकि ਤੁਹਾਨੂੰ 7/24 ਆਵਰ ਇੱਕ ਪੇਰੈਂਟ ਨੂੰ ਉਹਦੇ ਨਾਲ ਰਹਿਣਾ ਪੈਂਦਾ ਹੈ ਕਿਉਂਕਿ ਤੁਸੀਂ ਉਹਨਾਂ ਨੂੰ ਇਕੱਲਿਆਂ ਨੂੰ ਨਹੀਂ ਛੱਡ ਸਕਦੇ। ਫਲਾਈਟ ਰਿਸਕ ਮਤਲਬ ਕਿ ਬੱਚੇ ਨੂੰ ਇਹ ਨਹੀਂ ਸਮਝ ਹੈਗੀ ਕਿ ਮੇਰੇ ਲਈ ਕੀ ਚੰਗਾ ਹੈ ਤੇ ਕੀ ਮਾੜਾ ਹੈ। ਜੇ ਉਹ ਬਾਹਰ ਖੇਲ ਰਿਹਾ ਫਰੰਟ ਯਾਰਡ ਤੇ ਬੱਚੇ ਨੇ ਇਹ ਨਹੀਂ ਦੇਖਣਾ ਕਿ ਕੋਈ ਕਾਰ ਆ ਰਹੀ ਹੈ ਜਾਂ ਨਹੀਂ ਆ ਰਹੀ, ਉਹਨੇ ਸੜਕ ਤੇ ਚਲੇ ਜਾਣਾ ਹੈ ਸਾਈਡ ਤੇ ਦੇਖਣ ਤੋਂ ਬਗੈਰ। ਸੋ ਉਹਦੇ ਵਿੱਚ ਤੁਹਾਨੂੰ 7/24 ਇੱਕ ਪੇਰੈਂਟ ਨੂੰ ਮੇਰੀ ਜਿਹੜੀ ਸਾਡੀ ਬੇਟੀ ਆ ਅਸੀਂ ਉਹਦੇ ਨਾਲ ਇੱਕ ਪੇਰੈਂਟ ਨੂੰ ਰਹਿਣਾ ਪੈਂਦਾ ਸੀਗਾ 7/24 ਆਵਰ। ਔਰ ਉਹਦੇ ਮੁਤਾਬਿਕ ਤੁਸੀਂ ਆਪਣਾ ਜਿਹੜਾ ਵਰਕ ਸਕੈਜੂਅਲ ਹੈ, ਤੁਹਾਡੇ ਜਿਹੜੀਆਂ ਅਪੁਆਇੰਟਮੈਂਟਸ ਨੇ, ਤੁਸੀਂ ਕਿਸੇ ਦੇ ਘਰ ਪਾਰਟੀ ਤੇ ਜਾਣਾ ਹੈ, ਤੁਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ, ਉਹ ਸਾਰਾ ਸਾਨੂੰ ਸਕੈਜੂਅਲ ਕਰਨਾ ਪੈਂਦਾ ਸੀਗਾ ਐਡਵਾਂਸ ਦੇ ਵਿੱਚ ਹਰ ਚੀਜ਼। ਔਰ ਉਸ ਤੋਂ ਫਿਰ ਜਿਹੜੀ ਸਭ ਤੋਂ ਵੱਡੀ ਜਿਹੜੀ ਮੁਸ਼ਕਿਲ ਅਸੀਂ ਜਿਹਦੇ ਮਹਿਸੂਸ ਕੀਤੀ ਉਸ ਟਾਈਮ ਕਿ ਜਿਹੜਾ ਪਬਲਿਕ ਦੇ ਵਿੱਚ ਬੱਚੀ ਦੇ ਨਾਲ ਜਾਣਾ, ਕਿਉਂਕਿ ਉਹ ਪਬਲਿਕ ਦੇ ਵਿੱਚ ਇੰਟਰੈਕਸ਼ਨ, ਸੋਸ਼ਲ ਇੰਟਰੈਕਸ਼ਨ ਅਗੇਨ ਉਹ ਬਹੁਤ ਮੁਸ਼ਕਿਲ ਸੀ ਉਹਦਾ। ਉਹਨੇ ਟੈਂਟਰਮਸ ਕਰਨੇ, ਮਾਲ ਦੇ ਵਿੱਚ ਜਾ ਕੇ ਥੱਲੇ ਲੰਮੇ ਪੈ ਜਾਣਾ, ਜਿੱਦ ਕਰਨੀ, ਸਰਟਨ ਚੀਜ਼ ਵੱਲ ਹੀ ਦੌੜਨਾ, ਸਰਟਨ ਚੀਜ਼ ਮੰਗਣੀ। ਔਰ ਉਹ ਸਾਡੇ ਲਈ ਇੱਕ ਸ਼ੁਰੂ ਦੇ ਵਿੱਚ ਐਂਬੈਰਸਮੈਂਟ ਮਹਿਸੂਸ ਕਰਦੇ ਸੀ ਅਸੀਂ ਕਿ ਪਬਲਿਕ ਦੇ ਵਿੱਚ ਇਹ ਬੱਚਾ ਇਸ ਤਰ੍ਹਾਂ ਕਰ ਰਿਹਾ ਔਰ ਜੋ ਲੋਕ ਉਹ ਦੇਖ ਰਹੇ ਨੇ, ਸਾਨੂੰ ਸਟੇਅਰਸ ਮਿਲ ਰਹੇ ਨੇ। ਪਾਰਕ ਦੇ ਵਿੱਚ ਬੱਚੇ ਨੂੰ ਲੈ ਕੇ ਜਾਣਾ ਤੇ ਦੂਸਰੇ ਪੇਰੈਂਟਸ ਦੀਆਂ ਗੱਲਾਂ ਸਾਨੂੰ ਸੁਣਨ ਨੂੰ ਮਿਲਣੀਆਂ ਕਿਉਂਕਿ ਇਹਨੂੰ ਜਿਹੜੀ ਪਰਸਨਲ ਸਪੇਸ ਹੈ ਦੂਸਰੇ ਆਦਮੀ ਦੀ, ਜਿਹੜਾ ਦੂਸਰਾ ਬੱਚਾ ਜਿਸ ਬੱਚੇ ਨਾਲ ਜਿਹੜੇ ਆਟਿਸਟਿਕ ਬੱਚੇ ਖੇਲਦੇ ਨੇ ਉਹਨਾਂ ਨੂੰ ਪਰਸਨਲ ਸਪੇਸ ਦਾ ਜਿਹੜੀ ਹੈ ਉਹ ਸਮਝ ਨਹੀਂ ਹੁੰਦੀ। ਕਿ ਜੇ ਤੁਸੀਂ ਹੈਲੋ ਕਿਹਾ ਤੇ ਉਹਨਾਂ ਨੇ ਆ ਕੇ ਦੌੜ ਕੇ ਤੁਹਾਨੂੰ ਹੱਕ ਕਰ ਲੈਣਾ, ਤੁਹਾਨੂੰ ਜੱਫੀ ਪਾ ਲੈਣੀ ਹੈ। ਉਹਨਾਂ ਨੂੰ ਜਿਹੜੇ ਸੋਸ਼ਲ ਐਟੀਕੇਟਸ ਨੇ, ਸੋਸ਼ਲ ਇੰਟਰੈਕਸ਼ਨ ਹੈ, ਉਹਦੀ ਉਹ ਨਹੀਂ ਸਮਝ ਪਾਉਂਦੇ ਕਿ ਕੀ ਕੀ ਮੇਰੇ ਲਈ ਚੀਜ਼ ਚੰਗੀ ਹੈ, ਕੀ ਗਲਤ ਹੈ। ਸੋ ਉਹ ਜਿਹੜੀਆਂ ਇਸ਼ੂਜ਼ ਸੀਗੇ ਸਾਨੂੰ ਉਹਦੇ ਥਰੂ ਵਰਕਆਊਟ ਕਰਨਾ ਪਿਆ। ਔਰ ਦ ਵੇ ਅਸੀਂ ਉਹਦੇ ਥਰੂ ਵਰਕਆਊਟ ਇਹ ਕੀਤਾ ਕਿ ਅਸੀਂ ਹਟੇ ਨਹੀਂ, ਅਸੀਂ ਇਹ ਡਿਸੀਜ਼ਨ ਲੈ ਲਿਆ ਕਿ ਇਹਨੂੰ ਸੋਸ਼ਲ ਸਿਚੁਏਸ਼ਨਸ ਇਸ਼ੂਜ਼ ਆਉਂਦੇ ਨੇ ਸੋ ਅਸੀਂ ਇਹਨੂੰ ਜੇ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਸਿਚੁਏਸ਼ਨਸ ਦੇ ਵਿੱਚ ਲੈ ਕੇ ਜਾਈਏ ਟ੍ਰਾਂਜ਼ਿਸ਼ਨਸ ਦੇ ਨਾਲ। ਟ੍ਰਾਂਜ਼ਿਸ਼ਨ ਦਾ ਮਤਲਬ ਕਿ ਲੈਟਸ ਸੇ ਕਿ ਅਸੀਂ ਮਾਲ ਜਾਣਾ ਹੈ, ਅਸੀਂ ਮਾਲ ਜਾਣਾ ਹੈ। ਸੋ ਅਸੀਂ ਉਹਨੂੰ ਪਹਿਲੋਂ ਬਹਿ ਕੇ ਸਮਝਾਉਣਾ ਕਿ ਦੇਖੋ ਅਸੀਂ ਹੁਣ ਮਾਲ ਜਾਣਾ ਹੈ, ਇੱਥੋਂ ਅਸੀਂ ਆਪਣੇ ਸ਼ੂਜ਼ ਪਾਉਣੇ ਹੈ, ਕਾਰ 'ਚ ਬਹਿਣਾ ਹੈ, ਸੀਟ ਬੈਲਟ ਲਾਉਣੀ ਹੈ, ਉੱਥੇ ਜਾ ਕੇ ਕਾਰ ਪਾਰਕਿੰਗ 'ਚ ਲਾਉਣੀ ਹੈ, ਉੱਥੋਂ ਅਸੀਂ ਤੁਰ ਕੇ ਫਲਾਣੇ ਸਟੋਰ 'ਚ ਜਾਣਾ ਹੈ, ਉੱਥੇ ਆ ਹੋਏਗਾ, ਉੱਥੇ ਆ। ਉਹਨੂੰ ਪੂਰਾ ਜਿਹੜਾ ਪਾਥ ਹੈ ਕਿ ਅਸੀਂ ਕੀ ਕਰਨਾ ਅੱਜ ਉਹਨੂੰ ਪਹਿਲੋਂ ਟ੍ਰਾਂਜ਼ਿਸ਼ਨ ਉਹਦੀ ਕਰਨੀ ਪੈਂਦੀ ਹੈ ਕਿ ਇਹ ਇਸ ਤਰ੍ਹਾਂ ਹੋਏਗਾ ਉੱਥੇ, ਤਾਂ ਕਿ ਬੱਚੇ ਨੂੰ ਐਡਵਾਂਸ 'ਚ ਪਤਾ ਹੋਵੇ ਕਿ ਆਹ ਚੀਜ਼ਾਂ ਜਿਹੜੀਆਂ ਨੇ ਸਟੈਪ ਵਾਈਜ਼ ਬੜਾ ਸਟਰਕਚਰਡ ਅਪਰੋਚ ਜਿਹੜੀ ਹੈ ਉਹਦੇ ਮੁਤਾਬਿਕ ਇਹ ਚੀਜ਼ਾਂ ਹੋਣਗੀਆਂ। ਸੋ ਉਹਦੇ ਨਾਲ ਅਸੀਂ ਕੰਟੀਨਿਊਸਲੀ ਪ੍ਰੈਕਟਿਸ ਕਰਦੇ ਰਹੇ। ਅਸੀਂ ਕਈ ਵਾਰੀ ਨਹੀਂ ਵੀ ਜਾਣਾ ਹੁੰਦਾ ਸੀ ਕਿਤੇ, ਅਸੀਂ ਪਰਪਸਲੀ ਜਾਂਦੇ ਸੀਗੇ ਉਹ ਚੀਜ਼ਾਂ ਕਰਨ ਨੂੰ। ਔਰ ਅਸੀਂ ਇਹ ਮਹਿਸੂਸ ਕੀਤਾ ਕਿ ਉਸ ਚੀਜ਼ ਨੇ ਬਹੁਤ ਜ਼ਿਆਦਾ ਹੈਲਪ ਕੀਤਾ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਕੀਤੀਆਂ ਇਹਦੇ ਵਾਸਤੇ ਤੁਹਾਨੂੰ ਗਾਈਡੈਂਸ ਲੈਣੀ ਪਈ, ਕਾਉਂਸਲਿੰਗ ਲੈਣੀ ਪਈ ਮਾਪੇ ਹੋਣ ਦੇ ਨਾਤੇ, ਜਾਂ ਇਹ ਚੀਜ਼ਾਂ ਤੁਸੀਂ ਆਪ ਰਿਸਰਚ ਕਰਕੇ ਸਿੱਖੀਆਂ ਕਿ ਇਹ ਦਿਸ ਵਰਕਸ ਐਂਡ ਦਿਸ ਡਜ਼ਨਟ ਵਰਕ? ਹਾਂਜੀ ਦੇਖੋ ਜੀ, 2-3 ਚੀਜ਼ਾਂ ਨੇ। ਇੱਕ ਤੇ ਆਪ ਵੀ ਰਿਸਰਚ ਕੀਤਾ, ਬਹੁਤ ਆਨਲਾਈਨ ਸਟੱਡੀਜ਼ ਕੀਤੀਆਂ, ਡਾਕਟਰਸ ਤੋਂ ਕੁਐਸਚਨ ਪੁੱਛੇ। ਔਰ ਪਰ ਫਿਰ ਅਸੀਂ ਐਜ਼ ਅ ਪੇਰੈਂਟ, ਮੈਂ ਔਰ ਮੇਰੀ ਵਾਈਫ ਨੇ, ਅਸੀਂ ਪੂਰਾ ਐਫਰਟ ਲਾ ਕੇ ਜੋ ਵੀ ਸਾਨੂੰ ਐਜੂਕੇਸ਼ਨ ਕਿਤੋਂ ਵੀ ਪੇਰੈਂਟਿੰਗ ਕਲਾਸਿਸ ਮਿਲਦੀਆਂ ਸੀਗੀਆਂ ਜੋ ਓਨਟੇਰੀਓ ਸਰਕਾਰ ਦੀਆਂ, ਕਿਉਂਕਿ ਅਸੀਂ ਇੱਥੇ ਬਰੈਂਪਟਨ 'ਚ ਰਹਿੰਦੇ ਹਾਂ ਟੋਰਾਂਟੋ ਵਿੱਚ, ਔਰ ਓਨਟੇਰੀਓ ਸਰਕਾਰ ਦੀਆਂ ਜਿੰਨੀਆਂ ਵੀ ਸਰਵਿਸਿਜ਼ ਜਿੱਥੇ ਪੇਰੈਂਟਸ ਨੂੰ ਡਿਸੇਬਿਲਿਟੀਜ਼ ਦੇ ਬਾਰੇ ਔਰ ਇਨਕਲੂਜਨ ਦੇ ਬਾਰੇ, ਔਟਿਜ਼ਮ ਦੇ ਬਾਰੇ, ਔਰ ਉਹਨਾਂ ਜਿਹੜੀਆਂ ਸਟ੍ਰੈਟੇਜੀਜ਼ ਨੇ ਕਿ ਕਿਹੜੀਆਂ ਸਟ੍ਰੈਟੇਜੀਜ਼ ਤੁਸੀਂ ਯੂਜ਼ ਕਰੋ ਜਿਹਦੇ ਨਾਲ ਬੱਚੇ ਨੂੰ ਮਦਦ ਹੋ ਸਕਦੀ ਹੈ, ਤੁਹਾਨੂੰ ਮਦਦ ਹੋ ਸਕਦੀ ਹੈ। ਅਸੀਂ ਆਪਣੇ ਆਪ ਲੱਭ ਕੇ ਜਿੱਥੋਂ ਵੀ ਸਾਨੂੰ ਐਜੂਕੇਸ਼ਨ ਮਿਲ ਸਕੀ ਉਹ ਕਲਾਸਿਸ ਅਟੈਂਡ ਕਰਕੇ ਅਸੀਂ ਉਹ ਜਿਹੜੀ ਆ ਇਨਫੋਰਮੇਸ਼ਨ ਗੈਦਰ ਕੀਤੀ। ਉਸ ਤੋਂ ਬਾਅਦ ਅਸੀਂ ਪ੍ਰਾਈਵੇਟ ਥੈਰੇਪਿਸਟ ਹਾਇਰ ਕੀਤੇ ਜਿਹੜੇ ਘਰ 'ਚ ਆ ਕੇ ਮੇਰੀ ਬੇਟੀ ਨਾਲ ਕੰਮ ਕਰਦੇ ਸਨ। ਸੋ ਉਹ ਸਾਨੂੰ ਹੋਮਵਰਕ ਦੇ ਕੇ ਜਾਂਦੇ ਸੀਗੇ ਕਿ ਆਹ ਸਟ੍ਰੈਟੇਜੀਜ਼ ਨੇ ਔਰ ਅਸੀਂ ਹਫ਼ਤੇ ਜਾਂ ਮਹੀਨੇ 'ਚ ਇੱਕ ਵਾਰੀ ਆਉਣਾ, ਪਰ ਬਾਕੀ ਦਾ ਟਾਈਮ ਰੋਜ਼ ਤੁਸੀਂ ਆਹ ਜਿਹੜੀਆਂ ਚੀਜ਼ਾਂ ਨੇ, ਇਹ ਸਟ੍ਰੈਟੇਜੀਜ਼ ਨੇ, ਰਿਵਾਰਡ ਸਿਸਟਮ ਹੈਗਾ ਹੈ ਜਾਂ ਸਰਟਨ ਸਟ੍ਰੈਟੇਜੀਜ਼ ਤੁਸੀਂ ਯੂਜ਼ ਕਰਨੀਆਂ ਸਰਟਨ ਸਿਚੁਏਸ਼ਨਸ ਦੇ ਵਿੱਚ। ਉਹ ਫਿਰ ਅਸੀਂ ਉੱਥੋਂ ਜਿਹੜੀ ਆ ਉਹ ਚੀਜ਼ਾਂ ਸਿੱਖੀਆਂ, ਆਨਲਾਈਨ ਵੀ ਸਿੱਖੀਆਂ ਔਰ ਜਿਹੜੀਆਂ ਕਲਾਸਾਂ ਅਟੈਂਡ ਕਰਕੇ ਵੀ ਸਿੱਖੀਆਂ, ਔਰ ਜਿਹੜੀ ਥੈਰੇਪਿਸਟ ਤੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਸੀ ਅਸੀਂ ਉਹ ਵੀ ਗੈਦਰ ਕੀਤੀ। ਜੀ, ਆਪਣੀ ਕਮਿਊਨਿਟੀ ਬਾਰੇ ਤੇ ਆਟਿਜ਼ਮ ਬਾਰੇ ਵੀ ਮੈਂ ਜਾਣਕਾਰੀ ਤੁਹਾਡੇ ਤੋਂ ਲੈਣਾ ਚਾਹੁੰਦੀ ਹਾਂ, ਤੁਹਾਡੀ ਸੰਸਥਾ ਬਾਰੇ ਵੀ। ਪ੍ਰਬਲਜੀਤ ਜੀ, ਇੱਕ ਬ੍ਰੇਕ ਲੈਣੀ ਪੈਣੀ ਹੈ, ਪਲੀਜ਼ ਹੋਲਡ ਦ ਲਾਈਨ, ਅਸੀਂ ਹੁਣੇ ਵਾਪਸ ਆਉਂਦੇ ਹਾਂ। ਇਸ ਵੇਲੇ ਸਾਡੇ ਨਾਲ ਸ਼ਾਮਲ ਨੇ ਬਲਜੀਤ ਘੁੰਮਣ ਜੀ ਬਰੈਂਪਟਨ ਤੋਂ, ਜੋ ਕਿ 6
ਫॉर ਔਟਿਜ਼ਮ ਨਾਂ ਦੀ ਸੰਸਥਾ ਚਲਾਉਂਦੇ। ਬਲਜੀਤ ਜੀ ਦੀ ਬੇਟੀ ਨੂੰ ਤਕਰੀਬਨ 7 ਸਾਲ ਪਹਿਲਾਂ ਔਟਿਜ਼ਮ ਦੇ ਨਾਲ ਡਾਇਗਨੋਜ਼ ਕੀਤਾ ਗਿਆ ਔਰ ਇਹਦੇ ਬਾਰੇ ਜਾਣਕਾਰੀ ਸਾਂਝੀ ਕਰਨ ਵਾਸਤੇ ਸਾਡੇ ਨਾਲ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਨੇ। ਤੁਹਾਨੂੰ ਕੋਈ ਵੀ ਜਾਣਕਾਰੀ ਇਸ ਸੰਬੰਧ ਦੇ ਵਿੱਚ ਇਸ ਵਿਸ਼ੇ ਬਾਰੇ ਚਾਹੀਦੀ ਹੋਵੇ ਤਾਂ ਤੁਸੀਂ WhatsApp ਕਰ ਸਕਦੇ ਹੋ। WhatsApp ਦਾ ਨੰਬਰ ਨੋਟ ਕਰ ਲਓ 6047610915 6047610915। ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਹਾਲੇ ਵੀ ਬਹੁਤ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਹੈ ਜੋ ਇਸ ਚੀਜ਼ ਨੂੰ ਸਵੀਕਾਰਨਾ ਨਹੀਂ ਚਾਹੁੰਦੇ ਕਿ ਉਹਨਾਂ ਦੇ ਬੱਚੇ ਨੂੰ ਕਿਸੇ ਤਰ੍ਹਾਂ ਦੀ ਲਰਨਿੰਗ ਡਿਸੇਬਿਲਿਟੀ ਜਾਂ ਕੋਈ ਡਿਸਆਰਡਰ ਹੈ। ਇਹਦੇ ਬਾਰੇ ਗੱਲ ਕਰਾਂਗੇ ਕਿਉਂ ਇਹ ਹਾਲੇ ਵੀ ਇੱਕ ਸਟਿਗਮਾ ਹੈ ਤੇ ਇਹ ਕਿਸ ਤਰ੍ਹਾਂ ਰਾਹ ਦੇ ਵਿੱਚ ਅੜਿੱਕਾ ਬਣਦੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਜੋ ਮਦਦ ਜੋ ਸਹਿਯੋਗ ਦੀ ਲੋੜ ਹੈ ਉਹ ਸਮੇਂ ਸਿਰ ਦੇ ਸਕੋ। ਇਹਦੇ ਬਾਰੇ ਗੱਲ ਕਰਾਂਗੇ ਬਲਜੀਤ ਜੀ ਦੇ ਨਾਲ। we'll be right back, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਔਟਿਸਟਿਕ ਸਪੈਕਟਰਮ ਡਿਸਆਰਡਰ ਇੱਕ ਅਜਿਹਾ ਡਿਸਆਰਡਰ ਜੋ ਬਹੁਤ ਹੱਦ ਤੱਕ ਇੱਕ ਵਿਅਕਤੀ ਦੀ ਸੋਸ਼ਲਾਈਜ਼ਿੰਗ ਕਮਿਊਨੀਕੇਸ਼ਨ ਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਕਰਦਾ ਹੈ। ਬਲਜੀਤ ਘੁੰਮਣ ਜੀ ਬ੍ਰੈਂਪਟਨ ਤੋਂ ਸਾਡੇ ਨਾਲ ਇਸ ਵੇਲੇ ਸ਼ਾਮਲ ਹੈ, ਜਿਨ੍ਹਾਂ ਦੀ ਬੇਟੀ ਨੂੰ ਤਕਰੀਬਨ 6-7 ਸਾਲ ਪਹਿਲਾਂ ਇਸ ਬਿਮਾਰੀ ਨਾਲ ਜਾਂ ਇਸ ਡਿਸਆਰਡਰ ਦੇ ਨਾਲ ਆਈ ਸ਼ੁੱਡ ਸੇ ਡਾਇਗਨੋਜ਼ ਕੀਤਾ ਗਿਆ। ਪਰਿਵਾਰ ਬਹੁਤ ਲੰਬੇ ਅਰਸੇ ਤੋਂ ਇਸ ਨਾਲ ਜਦੋਜਹਿਦ ਕਰਦਾ ਰਿਹਾ। ਫਿਰ ਉਸ ਤੋਂ ਬਾਅਦ ਬਲਜੀਤ ਜੀ ਨੇ ਇੱਕ ਸੰਸਥਾ ਸ਼ੁਰੂ ਕੀਤੀ ਸਿੱਖਸ ਫॉर ਔਟਿਜ਼ਮ ਤਾਂ ਕਿ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਇਸ ਬਾਰੇ ਅਗਾਹ ਕੀਤਾ ਜਾ ਸਕੇ, ਜਾਣਕਾਰੀ ਦਿੱਤੀ ਜਾ ਸਕੇ। ਬਲਜੀਤ ਜੀ ਦੇ ਨਾਲ ਗੱਲਾਂ ਦਾ ਸਿਲਸਿਲਾ ਅਗਾਹ ਤੋਰਦੇ ਹਾਂ। ਬਲਜੀਤ ਜੀ ਤੁਸੀਂ ਇੱਕ ਗੱਲ ਕਹੀ ਸੀ ਕਿ ਤੁਹਾਨੂੰ ਜਦੋਂ ਪਤਾ ਲੱਗਿਆ ਕਿ ਬੇਟੀ ਨੂੰ ਇਹ ਡਾਇਗਨੋਸਿਸ ਕੀਤਾ ਗਿਆ ਤਾਂ ਤੁਹਾਨੂੰ ਥੋੜੀ ਜਿਹੀ ਸ਼ਰਮ ਮਹਿਸੂਸ ਹੁੰਦੀ ਸੀ ਬਾਹਰ ਲਿਜਾਣ ਦੇ ਵਿੱਚ, ਸੋਸ਼ਲਾਈਜ਼ਿੰਗ ਦੇ ਵਿੱਚ। ਕਦੋਂ ਇਹ ਹਿੰਮਤ ਆਈ ਕਿ ਹੁਣ ਲੋਕਾਂ ਨੂੰ ਦੱਸਿਆ ਜਾਵੇ ਕਿ ਦਿਸ ਇਜ਼ ਵਾਟਸ ਰੋਂਗ ਐਂਡ ਵੀ ਆਰ ਨਾਟ ਅਸ਼ੇਮਡ ਆਫ ਇਟ? ਹਾਂਜੀ, ਸਾਨੂੰ 5-6 ਸਾਲ ਲੱਗ ਗਏ ਜੀ ਇਸ ਚੀਜ਼ ਨਾਲ ਸਟਰਗਲ ਕਰਦੇ ਹਾਂ ਔਰ ਇੱਕ ਐਸਾ ਪੁਆਇੰਟ ਆ ਗਿਆ ਜਿੱਥੇ ਅਸੀਂ ਸਮਝਦੇ ਸੀਗੇ ਕਿ ਅਸੀਂ ਇੰਨੀਆਂ ਸਟ੍ਰੈਟੇਜੀਜ਼ ਯੂਜ਼ ਕੀਤੀਆਂ, ਸਰਟਨ ਚੀਜ਼ਾਂ ਯੂਜ਼ ਕੀਤੀਆਂ ਔਰ ਸਾਡੀ ਬੇਟੀ ਦੇ ਬਿਹੇਵੀਅਰ ਦੇ ਵਿੱਚ ਇੰਪਰੂਵਮੈਂਟ ਆਈ ਹੈ। ਔਰ ਮੈਂ ਦੱਸ ਦੇਵਾਂ ਕਿ ਜਿਹੜਾ ਔਟਿਜ਼ਮ ਹੈ ਇਹ ਲਾਈਫ ਲੌਂਗ ਹੈ, ਇਹਦੀ ਕੋਈ ਟਰੀਟਮੈਂਟ ਨਹੀਂ ਹੈਗੀ ਕਿ ਇਹਦਾ ਕੋਈ ਕਿਉਰ ਨਹੀਂ ਹੈਗਾ। ਸੋ ਜੇ ਤੁਹਾਨੂੰ ਔਟਿਜ਼ਮ ਹੈ ਤਾਂ ਉਹ ਲਾਈਫ ਲੌਂਗ ਹੈ। ਇਹਦਾ ਨਾ ਤਾਂ ਹਜੇ ਤੱਕ ਕਾਜ਼ ਪਤਾ ਹੈ ਕਿ ਕਿਉਂ ਹੁੰਦਾ ਤੇ ਨਾ ਇਹਦਾ ਕੋਈ ਕਿਉਰ ਹੈ। ਪਰ ਜਿਵੇਂ ਮੈਂ ਕਿਹਾ ਕਿ ਜਿੰਨੀ ਜਲਦੀ ਇਹ ਡਾਇਗਨੋਸ ਹੋ ਜੇ, 5 ਸਾਲ ਤੋਂ ਪਹਿਲੋਂ ਜਿਹੜੀਆਂ ਥੈਰੇਪੀਜ਼ ਨੇ ਉਹਨਾਂ ਦਾ ਬਹੁਤ ਅਸਰ ਮੰਨਿਆ ਜਾਂਦਾ ਹੈ। ਮੈਡੀਕਲ ਸਾਇੰਸ ਔਰ ਮੈਡੀਕਲ ਐਕਸਪਰਟ ਇਹ ਕਹਿੰਦੇ ਨੇ ਕਿ 5 ਸਾਲ ਤੋਂ ਪਹਿਲੋਂ ਜੇ ਥੈਰੇਪੀਜ਼ ਜਿੰਨੀਆਂ ਜ਼ਿਆਦਾ ਮਿਲ ਜਾਣ ਉਹਦੇ ਨਾਲ ਫਰਕ ਮਹਿਸੂਸ ਕੀਤਾ ਹੁੰਦਾ ਹੈ। ਔਰ ਬਾਕੀ ਪੇਰੈਂਟਸ ਔਰ ਟੀਚਰਸ ਦਾ ਐਫਰਟ ਹੈ। ਸੋ ਉਹਦੇ ਨਾਲ ਇਹਦੇ 'ਚ ਕਾਫੀ ਫਰਕ ਵੀ ਪਿਆ ਔਰ ਸਾਡੇ ਵਿੱਚ ਵੀ ਹੌਲੀ ਹੌਲੀ ਹਿੰਮਤ ਆਈ ਕਿਉਂਕਿ ਮੈਂ ਦੇਖ ਰਿਹਾ ਸੀਗਾ ਕਿ ਜਿਹੜਾ ਮੇਨ ਸਟਰੀਮ ਸਾਡੀ ਕਮਿਊਨਿਟੀ ਹੈ ਕੈਨੇਡਾ ਔਰ ਅਮਰੀਕਾ, ਨਾਰਥ ਅਮਰੀਕਾ ਦੇ ਵਿੱਚ, ਉਹਨਾਂ ਦੀਆਂ ਮੈਂ ਸਪੀਚਸ ਸੁਣਨੀਆਂ ਸ਼ੁਰੂ ਕਰ ਦਿੱਤੀਆਂ। ਮੈਂ ਉਹਨਾਂ ਦੇ ਜਿਹੜਾ ਟੈਡਐਕਸ ਜਿਹੜੀਆਂ ਟੈਡ ਟਾਕਸ ਨੇ ਉਹਦੇ ਵਿੱਚ ਆਟਿਸਟਿਕ ਲੋਕ ਖੁਦ ਇਸ ਬਾਰੇ ਗੱਲ ਕਰ ਰਹੇ ਨੇ ਔਰ ਜਿਹੜੇ ਆਟਿਸਟਿਕ ਬੱਚਿਆਂ ਦੇ ਪੇਰੈਂਟਸ ਇਹਦੇ ਵਿੱਚ ਬੜੀ ਖੁੱਲ੍ਹ ਕੇ ਗੱਲ ਕਰਦੇ ਨੇ ਔਰ ਵੱਡੇ ਵੱਡੇ ਪਲੇਟਫਾਰਮਸ ਨੇ ਉਹਨਾਂ ਦੇ ਕੋਲ। ਔਰ ਨਿਊਯਾਰਕ ਦੇ ਵਿੱਚ ਬੜੀਆਂ ਇਹਨਾਂ ਦੀਆਂ ਆਰਗੇਨਾਈਜੇਸ਼ਨ ਨੇ ਜਿਨ੍ਹਾਂ ਦੇ ਹੈੱਡਕੁਆਟਰ ਨੇ ਵੱਡੇ ਔਰ ਉਹ ਬੜੀ ਓਪਨਲੀ ਆਪਣੀ ਕਮਿਊਨਿਟੀ ਦੇ ਵਿੱਚ ਔਰ ਕਿਸੇ ਹੱਦ ਤੱਕ ਬੜੀ ਪ੍ਰਾਈਡ ਦੇ ਨਾਲ ਇਸ ਚੀਜ਼ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਇਹਦੇ ਬਾਰੇ ਗੱਲ ਕਰਦੇ ਨੇ। ਫਿਰ ਅਸੀਂ ਇਹ ਸੋਚਣਾ ਸ਼ੁਰੂ ਕੀਤਾ ਕਿ ਸਾਡੀ ਕਮਿਊਨਿਟੀ ਵਿੱਚ ਇਹ ਚੀਜ਼ ਕਿਉਂ ਨਹੀਂ ਹੈ। ਅਸੀਂ ਆਪਣੀ ਕਮਿਊਨਿਟੀ ਦੇ ਵਿੱਚ ਵਿਦਆਊਟ ਫੀਅਰ ਜਾਂ ਵਿਦਆਊਟ ਕੋਈ ਐਸਾ ਸਟਿਗਮਾ ਲੱਗੇ ਇਹਦੇ ਨਾਲ ਅਸੀਂ ਕਿਉਂ ਨਹੀਂ ਗੱਲ ਕਰ ਸਕਦੇ। ਸੋ ਉਹਦੇ ਵਿੱਚ ਮੈਂ ਜਦੋਂ ਸਰਚ ਕਰਨੀ ਸ਼ੁਰੂ ਕੀਤੀ ਤਾਂ ਮੈਨੂੰ ਆਪਣੇ ਐਟਲੀਸਟ ਇੱਥੇ ਟੋਰਾਂਟੋ ਦੇ ਏਰੀਏ 'ਚ, ਪੀਲ ਰੀਜਨ ਦੇ ਏਰੀਏ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ, ਉੱਥੇ ਕੋਈ ਵੀ ਐਸੀ ਆਰਗੇਨਾਈਜੇਸ਼ਨ ਸਾਊਥ ਏਸ਼ੀਅਨ ਜਿਹੜੀ ਲੋਕਲ ਔਟਿਜ਼ਮ ਦੇ ਉੱਤੇ ਕੰਮ ਕਰਦੀ ਹੋਵੇ ਨਹੀਂ ਮਿਲੀ। ਇੱਕ ਆਰਗੇਨਾਈਜੇਸ਼ਨ ਉਦੋਂ ਨਵੀਂ ਹਜੇ ਕਾਫੀ ਸਾਲ ਤੋਂ ਸ਼ੁਰੂ ਹੋਈ ਸੀ ਜਿਹੜੀ ਕਿ ਇੱਥੋਂ ਕਾਫੀ ਦੂਰ ਸੀ, ਸਕਾਰਬਰੋ ਵੱਲ। ਔਰ ਸਾਡੇ ਏਰੀਏ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਉੱਥੇ ਸਿੱਖ ਕਮਿਊਨਿਟੀ ਜ਼ਿਆਦਾ, ਸਾਊਥ ਏਸ਼ੀਅਨ ਕਮਿਊਨਿਟੀ ਜ਼ਿਆਦਾ, ਉੱਥੇ ਸਾਨੂੰ ਕੋਈ ਇਹੋ ਜਿਹੀ ਆਪਣੀ ਕਮਿਊਨਿਟੀ 'ਚ ਕੋਈ ਹੈਲਪ ਨਹੀਂ ਸੀ ਮਿਲ ਰਹੀ। ਸੋ ਉਸ ਟਾਈਮ ਜਦੋਂ ਮੈਂ ਦੂਸਰਿਆਂ ਨੂੰ ਦੇਖਿਆ ਕਿ ਬਈ ਇਹ ਆਪਣੀ ਗੱਲ ਕਰ ਰਹੇ ਨੇ ਤੇ ਮੈਂ ਤੇ ਮੇਰੀ ਵਾਈਫ ਨੇ ਡਿਸੀਜਨ ਲਿਆ ਅਰਾਊਂਡ 2018-2019 ਅਰਲੀ ਕਿ ਅਸੀਂ ਵੀ ਓਪਨਲੀ ਆਪਣੇ ਪਰਿਵਾਰ ਦੀ ਜਿਹੜੀ ਸਟਰਗਲ ਹੈ ਉਹਦੀ ਗੱਲ ਕਰਨਾ ਚਾਹੁੰਦੇ ਹਾਂ। ਔਰ ਇਸੇ ਵਿੱਚੋਂ April 2019 ਦੇ ਵਿੱਚ ਸਿੱਖਸ ਫॉर ਔਟਿਜ਼ਮ ਜਿਹੜੀ ਨਾਂ ਦੀ ਇਹ ਜਿਹੜੀ ਸੋਸ਼ਲ ਅਵੇਅਰਨੈਸ ਕੈਂਪੇਨ ਸ਼ੁਰੂ ਕੀਤੀ, ਸੰਸਥਾ ਸ਼ੁਰੂ ਕੀਤੀ ਔਰ ਅਸੀਂ ਫੇਸਬੁੱਕ ਤੋਂ ਇਸ ਨੂੰ ਸ਼ੁਰੂ ਕੀਤਾ ਔਰ ਫੇਸਬੁੱਕ ਦੇ ਉੱਤੇ ਅਸੀਂ ਇਹਨੂੰ ਸਟਾਰਟ ਕਰਕੇ ਸਭ ਤੋਂ ਪਹਿਲਾਂ ਅਸੀਂ ਆਪਣੀ ਫੈਮਿਲੀ ਦੇ ਵਿੱਚ, ਫਰੈਂਡਸ ਦੇ ਵਿੱਚ ਆਪਣੀ ਬੇਟੀ ਦੇ ਔਟਿਜ਼ਮ ਦੀ ਗੱਲ ਕਰਨੀ ਸ਼ੁਰੂ ਕੀਤੀ। ਔਰ ਸਾਨੂੰ ਸੀਗਾ ਕਿ ਲੈਸ ਸੀ ਕਿ ਅਸੀਂ ਆਪਣੀ ਫੈਮਿਲੀ ਮੈਂਬਰਸ ਨਾਲ ਔਰ ਐਕਸਟੈਂਡਡ ਫੈਮਿਲੀ ਮੈਂਬਰਸ ਨਾਲ, ਫਰੈਂਡਸ ਨਾਲ ਜਦੋਂ ਗੱਲ ਕਰਦੇ ਹਾਂ ਤਾਂ ਸਾਨੂੰ ਕੀ ਫੀਡਬੈਕ ਮਿਲਦੀ ਹੈ। ਔਰ ਸਾਡੀ ਜਿਹੜੀ ਝਿਜਕ ਸੀ ਉਹ ਬੇਵਜ੍ਹਾ ਸੀ ਔਰ ਲੋਕਾਂ ਨੇ ਉਸ ਚੀਜ਼ ਨੂੰ ਬਹੁਤ
ਵਧੀਆ ਤਰੀਕੇ ਨਾਲ ਅੰਬਰੇਸ ਕੀਤਾ, ਸਗੋਂ ਸਾਨੂੰ ਹੈਲਪ ਮਿਲੀ ਉਸ ਚੀਜ਼ ਨਾਲ। ਸੋ ਉੱਥੋਂ ਫਿਰ ਸਾਨੂੰ ਕਰਜ ਆ ਗਈ ਕਿ ਨਾਓ ਵੀ ਕੈਨ ਗੋ ਆਊਟ ਐਂਡ ਟਾਕ ਓਪਨਲੀ, ਕਿਉਂਕਿ ਸਾਡੇ ਵਰਗੇ ਪੇਰੈਂਟਸ, ਅਸੀਂ ਇਕੱਲੇ ਤੇ ਹੈ ਨਹੀਂ ਜਿਨ੍ਹਾਂ ਦੇ ਬੱਚੇ ਨੂੰ ਆਟਿਜ਼ਮ ਹੈ, ਹੋਰ ਬਹੁਤ ਬੱਚੇ ਨੇ ਜਿਹੜੇ ਆਟਿਸਟਿਕ ਹੋਣਗੇ ਔਰ ਹੋਰ ਡਿਸੇਬਿਲਿਟੀਜ਼ ਹੋਣਗੀਆਂ। ਜ਼ਰੂਰੀ ਨਹੀਂ ਸਿਰਫ ਆਟਿਜ਼ਮ ਹੀ, ਹੋਰ ਬਹੁਤ ਸਾਰੀਆਂ ਡਿਸੇਬਿਲਿਟੀਜ਼ ਨੇ ਜਿਹੜੀਆਂ ਸਾਡੇ ਕਲਚਰਲੀ ਅਸੀਂ ਉਹਨੂੰ ਸਟਿਗਮਾ ਮੰਨਦੇ ਹਾਂ। ਸੋ ਉੱਥੋਂ ਅਸੀਂ ਫਿਰ ਇਹਦੇ ਬਾਰੇ ਜਿਹੜੀ ਅਵੇਅਰਨੈਸ ਹੈ ਸੋਸ਼ਲ ਮੀਡੀਆ ਤੋਂ ਸ਼ੁਰੂ ਕਰਕੇ ਅਸੀਂ ਲੋਕਾਂ ਤੱਕ ਲਿਜਾਣੀ ਸ਼ੁਰੂ ਕੀਤੀ, ਔਰ ਸਾਨੂੰ 2 ਸਾਲ ਹੋ ਗਏ ਨੇ ਤਕਰੀਬਨ ਇਸ ਸੰਸਥਾ ਨੂੰ ਚਲਾਉਂਦੇ ਹੋਏ। ਸਭ ਤੋਂ ਵੱਡਾ ਚੈਲੰਜ ਕੀ ਹੈ ਆਪਣੀ ਕਮਿਊਨਿਟੀ ਦਾ? ਕਿਉਂ ਆਪਾਂ ਇਹ ਐਕਸੈਪਟ ਕਰਨ ਤੋਂ ਘਬਰਾਉਂਦੇ ਹਾਂ ਕਿ ਜੇ ਬੱਚੇ ਨੂੰ ਕੋਈ ਫਿਜ਼ੀਕਲ ਪੀੜ ਹੈ, ਜੇ ਉਹਦਾ ਢਿੱਡ ਦੁਖਦਾ ਤਾਂ ਡਾਕਟਰ ਦੇ ਲੈ ਜਾਈਦਾ, ਜਾਂ ਕੋਈ ਸੱਟ ਲੱਗੀ ਗੋਡੇ ਤੇ ਤਾਂ ਲੈ ਜਾਈਦਾ ਡਾਕਟਰ ਕੋਲ, ਹਸਪਤਾਲ ਲੈ ਜਾਈਦਾ। ਪਰ ਕਿਉਂ ਜਦੋਂ ਇਹੋ ਜਿਹੇ ਡਿਸਆਰਡਰਸ ਦੀ ਗੱਲ ਆਉਂਦੀ ਹੈ, ਲਰਨਿੰਗ ਡਿਸੇਬਿਲਿਟੀਜ਼ ਦੀ ਗੱਲ ਆਉਂਦੀ ਹੈ, ਤਾਂ ਤੁਹਾਨੂੰ ਕਿਉਂ ਲੱਗਦਾ ਹੈ ਕਿ ਇੱਕ ਝਿਜਕ ਤੇ ਸ਼ਰਮ ਕਿਉਂ ਮਹਿਸੂਸ ਕੀਤੀ ਜਾਂਦੀ ਹੈ? ਮੈਨੂੰ ਲੱਗਦਾ ਕਿ ਜਿਹੜਾ ਸਟਿਗਮਾ ਜਾਂ ਟੈਬੂ ਸਾਡੇ ਕਲਚਰ ਦੇ ਵਿੱਚ ਨਾ ਇਨਸ਼ਰਾਈਨਡ ਹੈ ਸ਼ੁਰੂ ਤੋਂ, ਸ਼ੁਰੂ ਤੋਂ ਬਚਪਨ ਤੋਂ ਜਦੋਂ ਗਰੋ ਹੁੰਦੇ ਆ ਰਹੇ ਆ, ਤੇ ਇਹ ਜਿਹੜੀਆਂ ਡਿਸੇਬਿਲਿਟੀਜ਼ ਨੇ ਉਹਨਾਂ ਨੂੰ ਹਮੇਸ਼ਾ ਹਾਈਡ ਕੀਤਾ ਜਾਂਦਾ ਆਪਣੇ ਕਲਚਰ ਦੇ ਵਿੱਚ, ਕਿ ਉਸ ਤੋਂ ਡਿਨਾਇਲ ਹੁੰਦਾ ਹੈ। ਉਹਦਾ ਹੋ ਸਕਦਾ ਕਿ ਸਾਡੇ ਸਿਸਟਮ ਦੇ ਵਿੱਚ ਸਪੋਰਟ ਨਹੀਂ ਸੀ, ਹੋ ਸਕਦਾ ਕਿ ਉਹਦੀ ਜਿਹੜੀ ਐਕਸੈਪਟੈਂਸ ਹੈ ਉਹ ਨਹੀਂ ਸੀਗੀ। ਸੋ ਇਹ ਚੀਜ਼ਾਂ ਇੱਥੇ ਵੀ, ਈਵਨ ਕਿ ਬਰੈਂਪਟਨ ਦੇ ਵਿੱਚ ਵੀ ਸਾਨੂੰ ਕਈ ਪੇਰੈਂਟਸ ਸਾਊਥ ਏਸ਼ੀਅਨਸ ਮਿਲੇ ਜਿਨ੍ਹਾਂ ਦੇ ਬੱਚਿਆਂ ਨੂੰ ਵਿਜ਼ੀਬਲੀ ਡਿਸੇਬਿਲਿਟੀਜ਼ ਸਨ, ਪਰ ਉਹ ਕਿਸੇ ਵੀ ਤਰ੍ਹਾਂ ਦਾ ਆਪਣੇ ਬੱਚੇ ਤੇ ਲੇਬਲ ਨਹੀਂ ਲਵਾਉਣਾ ਚਾਹੁੰਦੇ। ਉਹ ਇੱਥੇ ਤੱਕ ਕਹਿ ਦਿੰਦੇ ਨੇ ਕਿ ਜੇ ਸਾਡੇ ਬੱਚੇ ਨੂੰ ਡਾਇਗਨੋਸ ਕੀਤਾ ਜਾਂਦਾ ਕਿਸੇ ਡਿਸੇਬਿਲਿਟੀ ਨਾਲ, ਅਸੀਂ ਇਹਦੇ ਨਾਲੋਂ ਚੰਗਾ ਕਿ ਅਸੀਂ ਆਪਣੇ ਬੱਚੇ ਨੂੰ ਬੈਕ ਹੋਮ, ਜਿੱਥੋਂ ਵੀ ਅਸੀਂ ਆਏ ਹਾਂ ਸਾਊਥ ਏਸ਼ੀਆ ਚੋਂ, ਅਸੀਂ ਵਾਪਸ ਲੈ ਜਾਵਾਂਗੇ। ਸੋ ਈਵਨ ਕਈ ਲੋਕ ਉਸ ਅੱਜ ਤੱਕ ਕਈਆਂ ਨੂੰ ਮੈਂ ਮਿਲਦਾ, ਉਹ ਡਿਨਾਈ ਕਰਦੇ ਨੇ ਕਿ ਮੇਰੇ ਬੱਚੇ ਨੂੰ ਇਹ ਡਿਸੇਬਿਲਿਟੀ ਨਹੀਂ ਹੈਗੀ, ਈਵਨ ਜੇ ਡਾਕਟਰ ਵੀ ਕਹਿ ਰਿਹਾ। ਤੇ ਇਹ ਡਿਨਾਇਲ ਜਿਹੜਾ ਕਿੰਨਾ ਨੁਕਸਾਨਦੇਹ ਸਾਬਤ ਹੋ ਸਕਦਾ ਹੈ ਤੁਹਾਡੇ ਪਰਿਵਾਰ ਵਾਸਤੇ, ਤੁਹਾਡੇ ਬੱਚੇ ਵਾਸਤੇ? ਬਿਲਕੁਲ ਜੀ, ਮੈਂ ਹੁਣ ਉੱਥੇ ਆ ਰਿਹਾ, ਕਿਉਂਕਿ ਜਿਹੜਾ ਇਹ ਡਿਨਾਇਲ ਹੈ ਇਹ ਬੱਚਾ ਤੇ ਗਰੋ ਹੋਈ ਜਾ ਰਿਹਾ। ਜਿਹੜੀਆਂ ਥੈਰੇਪੀਜ਼ ਔਰ ਜਿਹੜੀ ਹੈਲਪ ਹੈ ਬੱਚੇ ਨੂੰ ਸਕੂਲ ਦੇ ਵਿੱਚ, ਮੈਡੀਕਲੀ, ਸੁਸਾਇਟੀ ਦੇ ਵਿੱਚ, ਘਰ ਦੇ ਵਿੱਚ, ਉਹ ਸਪੋਰਟ ਬੱਚੇ ਨੂੰ ਮਿਲਦੀ ਨਹੀਂ ਹੈ। ਜਿਹੜੀ ਬੱਚੇ ਨੇ ਉਹਦੇ ਬਿਹੇਵੀਅਰ ਜਾਂ ਉਹਦੇ ਟੈਂਟਰਮਸ ਇੰਪਰੂਵ ਹੋਣੇ ਹੁੰਦੇ ਆ ਪਹਿਲੇ 5 ਸਾਲਾਂ ਦੇ ਵਿੱਚ, ਉਹ ਤੁਸੀਂ ਮਿਸ ਆਊਟ ਕਰ ਜਾਂਦੇ ਹੋ। ਤੁਸੀਂ ਆਪਣੇ ਬੱਚੇ ਤੋਂ ਜਿਹੜੀ ਉਹਦੀ ਡਿਸੇਬਿਲਿਟੀ ਹੈ ਉਹਨੂੰ ਡਿਨਾਈ ਕਰਕੇ ਤੁਸੀਂ ਆਪਣੇ ਬੱਚੇ ਤੋਂ ਉਹ ਜਿਹੜੀ ਸਪੋਰਟ ਹੈ ਉਹ ਖੋ ਰਹੇ ਹੋ। ਤੁਸੀਂ ਉਹਦਾ ਭਲਾ ਨਹੀਂ ਕਰ ਰਹੇ, ਤੁਸੀਂ ਉਸ ਬੱਚੇ ਦਾ ਨੁਕਸਾਨ ਕਰ ਰਹੇ ਹੋ, ਕਿਉਂਕਿ ਜਦੋਂ ਉਹ ਵੱਡਾ ਹੋ ਗਿਆ ਤੇ ਉਹ ਥੈਰੇਪੀਜ਼ ਦਾ ਉਹਦੇ ਉੱਤੇ ਉਨਾ ਅਸਰ ਨਹੀਂ ਹੋਣਾ। ਹੁਣ ਜਿਹੜੇ ਆਟਿਸਟਿਕ ਬੱਚੇ ਨੇ ਉਹਨਾਂ ਨੇ ਕੱਲ੍ਹ ਨੂੰ ਆਟਿਸਟਿਕ ਅਡਲਟ ਬਣਨਾ ਹੈ। ਉਸ ਸਮੇਂ ਫਿਰ ਤੁਸੀਂ ਕੀ ਕਰੋਗੇ, ਕਿਉਂਕਿ ਤੁਸੀਂ ਉਸ ਦਾ ਜਿਹੜੀ ਸਪੋਰਟ ਸਿਸਟਮ ਨਹੀਂ ਕ੍ਰੀਏਟ ਕੀਤਾ, ਤੁਹਾਨੂੰ ਆਪਣੇ ਬੱਚੇ ਦਾ ਸਪੋਰਟ ਸਿਸਟਮ ਕ੍ਰੀਏਟ ਕਰਨਾ ਪੈਣਾ ਹੈ। ਉਹਨੂੰ ਥੈਰੇਪੀ ਲੈ ਕੇ ਦੇਣੀਆਂ ਪੈਣੀਆਂ, ਉਹਨਾਂ ਨੂੰ ਐਜੂਕੇਸ਼ਨ ਦੇ ਵਿੱਚ, ਸਕੂਲ ਦੇ ਵਿੱਚ TA ਲੈ ਕੇ ਦੇਣਾ ਪੈਣਾ ਕਿ ਜਿਹੜਾ ਟੀਚਰ ਅਸਿਸਟੈਂਟ ਹੋਵੇ, ਉਹਦੇ ਇੰਡੀਵਿਜੂਅਲ ਲਰਨਿੰਗ ਪਲਾਨਸ ਬਣਾਉਣੀਆਂ ਪੈਣੀਆਂ। ਜੇ ਤੁਸੀਂ ਉਹ ਸਾਰਾ ਕੁਛ ਨਹੀਂ ਕੀਤਾ ਤਾਂ ਉਹ ਬੱਚਾ ਸਕੂਲ 'ਚ ਵੀ ਪਿੱਛੇ ਰਹਿ ਗਿਆ ਔਰ ਜਿਹੜੀ ਇੰਪਰੂਵਮੈਂਟ ਹੋਣੀ ਸੀ ਉਹ ਵੀ ਨਹੀਂ ਹੋਣੀ। ਤੇ ਜਦੋਂ ਆਟਿਸਟਿਕ ਬੱਚਾ ਆਟਿਸਟਿਕ ਅਡਲਟ ਬਣਦਾ ਹੈ ਤੇ ਜਿਹੜਾ ਸਪੋਰਟ ਸਿਸਟਮ ਹੈ ਉਹ ਖਤਮ ਹੋ ਜਾਂਦਾ ਹੈ। ਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਆਟਿਜ਼ਮ ਦੇ ਲਈ ਜਾਂ ਡਿਸੇਬਿਲਿਟੀਜ਼ ਦੇ ਲਈ ਜਿਹੜੀ ਸਪੋਰਟ ਹੈ ਸਰਕਾਰ ਵੱਲੋਂ, ਉਹ ਇੰਨੀ ਲਿਮਿਟਿਡ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਬਹੁਤਾ ਫਾਇਦਾ ਨਹੀਂ ਕਰ ਸਕਦੀ ਤੁਹਾਨੂੰ। ਸੋ ਉਹਦੇ ਲਈ ਤੁਹਾਨੂੰ ਸ਼ੁਰੂ ਤੋਂ ਹੀ ਇਸ ਚੀਜ਼ ਨੂੰ ਐਕਸੈਪਟ ਕਰਨਾ ਪੈਣਾ, ਇਸ ਚੀਜ਼ ਨੂੰ ਇਨਕਲੂਡ ਕਰਨਾ ਪੈਣਾ। ਪਰ ਅਸੀਂ ਇਹ ਸਮਝਿਆ ਕਿ ਪੇਰੈਂਟਸ ਜਿਹੜਾ ਹੈ ਇਸ ਚੀਜ਼ ਨੂੰ ਡਿਨਾਇਲ ਹੀ ਇਸ ਕਰਕੇ ਕਰ ਰਹੇ ਹੈ ਕਿ ਉਹਨਾਂ ਨੂੰ ਇਹ ਲੱਗਦਾ ਕਿ ਸਾਡਾ ਬੱਚਾ ਐਕਸੈਪਟ ਨਹੀਂ ਹੋਏਗਾ ਸੋਸਾਇਟੀ ਦੇ ਵਿੱਚ, ਇਨਕਲੂਜਨ ਨਹੀਂ ਹੋਏਗੀ। ਐਂਡ ਦੈਟ ਇਜ਼ ਵਾਈ ਅਸੀਂ ਇਸ ਚੀਜ਼ ਦੀ ਗੱਲ ਕਮਿਊਨਿਟੀ 'ਚ ਕਰਨੀ ਸ਼ੁਰੂ ਕੀਤੀ, ਕਿਉਂਕਿ ਕੋਈ ਵੀ ਟੈਬੂ, ਕੋਈ ਵੀ ਸਟਿਗਮਾ ਜੇ ਤੁਸੀਂ ਰਿਮੂਵ ਕਰਨਾ ਹੈ ਤਾਂ ਉਹਦੇ ਬਾਰੇ ਕਮਿਊਨਿਟੀ ਕਨਵਰਸੇਸ਼ਨ ਸਟਾਰਟ ਕਰਨੀ ਬਹੁਤ ਜ਼ਰੂਰੀ ਹੈ। ਸੋ ਅਸੀਂ ਉਸ ਟਾਈਮ ਇਹ ਮਹਿਸੂਸ ਕੀਤਾ ਕਿ ਕਿਸੇ ਨੂੰ ਇਹ ਕਨਵਰਸੇਸ਼ਨ ਸਟਾਰਟ ਕਰਨੀ ਚਾਹੀਦੀ ਹੈ। ਸੋ ਦੈਨ ਵੀ ਥਾਟ ਵਾਈ ਨਾਟ ਅਸ, ਅਸੀਂ ਕਿਉਂ ਨਾ ਸ਼ੁਰੂ ਕਰੀਏ। ਸੋ ਜਦੋਂ ਅਸੀਂ ਇਹਦੇ ਬਾਰੇ ਗੱਲ ਕਰਾਂਗੇ, ਲਾਈਕ ਮਾਈਂਡਡ ਲੋਕੀ ਜੁੜਨਗੇ, ਸਪੋਰਟ ਹੈ, ਤੁਹਾਨੂੰ ਬਰੇਵ ਇਨਫ ਹੋ ਕੇ ਉਸ ਸਪੋਰਟ ਨੂੰ, ਯੂ ਹੈਵ ਟੂ ਸੀਕ ਆਊਟ ਦੈਟ ਸਪੋਰਟ। ਔਰ ਜਦੋਂ ਤੁਹਾਨੂੰ ਉਹ ਸਪੋਰਟ ਮਿਲੇਗੀ, ਯੂ ਵਿਲ ਸੀ ਦਾ ਇੰਪਰੂਵਮੈਂਟ। ਤੁਹਾਡਾ ਜਿਹੜਾ ਸਟ੍ਰੈਸ ਲੈਵਲ ਉਹ ਥੱਲੇ ਆਏਗਾ। ਆਈ ਥਿੰਕ ਇਹ ਬਹੁਤ ਹਿੰਮਤ ਦਾ ਕੰਮ ਹੈ ਬਲਜੀਤ ਜੀ, ਕਿਉਂਕਿ ਆਪਣੀ ਨਿੱਜੀ ਕਹਾਣੀ ਲੋਕਾਂ ਸਾਹਮਣੇ ਰੱਖਣੀ ਇੱਕ ਗੱਲ ਹੈ, ਪਰ ਉਸ ਤੋਂ ਬਾਅਦ ਉਹਨਾਂ ਨੂੰ ਮਾਰਗਦਰਸ਼ਨ ਦੇਣਾ, ਆਪਣੇ ਨਾਲ ਲੈ ਕੇ ਚੱਲਣਾ। ਇੱਕ ਤਾਂ ਤੁਹਾਡਾ ਇਕੱਲਾਪਨ ਦੂਰ ਹੁੰਦਾ ਇਸ ਨਾਲ, ਕਿਉਂਕਿ ਬਹੁਤ ਸਾਰੇ ਪਰਿਵਾਰ, ਮੈਨੂੰ ਲੱਗਦਾ ਖਾਸ ਕਰ ਜਿਹੜੀਆਂ ਨਵੀਆਂ ਇਮੀਗ੍ਰੈਂਟ ਫੈਮਲੀਜ਼ ਆਈਆਂ ਨੇ, ਉਹਨਾਂ ਨੂੰ ਸ਼ਾਇਦ ਇਸ ਤਰ੍ਹਾਂ ਲੱਗਦਾ ਹੋਵੇ ਕਿ ਉਹ ਇਕੱਲੇ ਜੱਦੋਜਹਿਦ ਕਰ ਰਹੇ ਹੈ। ਕੋਈ ਨਹੀਂ ਚਾਹੁੰਦਾ ਕਿ ਉਹਨਾਂ ਦਾ ਬੱਚਾ ਜਿਹੜਾ ਹੈ ਉਹ ਤੰਦਰੁਸਤ ਨਾ ਹੋਵੇ। ਹਰ ਪੇਰੈਂਟ ਚਾਹੁੰਦਾ ਕਿ ਉਹ ਤੰਦਰੁਸਤ ਹੋਵੇ। ਸੋ ਇਹ ਬਹੁਤ ਤੁਹਾਡੇ ਦੋਵਾਂ ਦੀ ਸ਼ਲਾਘਾ ਕਰਨੀ
ਜਾਣਦੀ ਹੈ ਤੁਹਾਡੀ ਤੇ ਤੁਹਾਡੀ ਵਾਈਫ ਦੀ। ਬਲਜੀਤ ਜੀ, ਆਪਣੇ ਆਪ ਨੂੰ ਤੇ ਤੁਹਾਡੀ ਵਾਈਫ ਬਾਰੇ ਵੀ ਮੈਂ ਇੱਥੇ ਗੱਲ ਕਰ ਰਹੀ ਹਾਂ, ਕਿੱਦਾਂ ਮਾਨਸਿਕ ਤੌਰ ਤੇ ਸਟਰੋਂਗ ਰੱਖਿਆ? ਕਿਉਂਕਿ ਫਿਜ਼ੀਕਲੀ ਇਹ ਡਿਮਾਂਡਿੰਗ ਹੈ ਇੱਕ ਆਟਿਸਟਿਕ ਬੱਚੇ ਦੀ ਪਰਵਰਿਸ਼, ਪਰ ਇਸ ਦੇ ਨਾਲ ਨਾਲ ਜਿਹੜਾ ਮਾਨਸਿਕ ਤੌਰ ਤੇ ਦਬਾਅ ਹੈ, ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਸਟਰੋਂਗ ਰੱਖਿਆ? ਆਈ ਥਿੰਕ ਟੀਮ ਵਰਕ ਹੈ ਜੀ ਪੇਰੈਂਟਸ ਦਾ, ਔਰ ਜੇ ਤੁਸੀਂ ਇਸ ਚੀਜ਼ ਨੂੰ ਸ਼ੇਅਰ ਨਹੀਂ ਕਰੋਗੇ ਸੋਸਾਇਟੀ ਦੇ ਵਿੱਚ, ਫੈਮਿਲੀ ਦੇ ਵਿੱਚ, ਫਰੈਂਡਸ ਦੇ ਵਿੱਚ, ਤਾਂ ਲੋਕਾਂ ਨੂੰ ਸਮਝ ਨਹੀਂ ਲੱਗੇਗੀ ਕੀ ਹੋ ਰਿਹਾ, ਤੁਹਾਨੂੰ ਹੈਲਪ ਨਹੀਂ ਮਿਲੇਗੀ। ਸੋ ਅਸੀਂ ਸਾਨੂੰ ਇਸ ਤਰ੍ਹਾਂ ਲੱਗਿਆ ਕਿ ਇਹ ਇੱਕ ਹਾਰਡਸ਼ਿਪ ਹੈ, ਪਰ ਇਹਦੇ ਵਿੱਚੋਂ ਪੋਜ਼ੀਟਿਵ ਚੀਜ਼ ਕੋਈ ਲੱਭੀ ਜਾਵੇ ਜਿਹਦੇ ਨਾਲ, ਕਿਉਂਕਿ ਅਸੀਂ ਖੁਦ ਜਿਹੜੀ ਆਈ ਥਿੰਕ ਅਸੀਂ ਬੈਟਰ ਪੇਰੈਂਟ ਬਣੇ ਆ ਤਾਂ ਕਿਉਂਕਿ ਮੇਰੀ ਬੇਟੀ ਆਟਿਸਟਿਕ ਸੀਗੀ, ਉਹਦੇ ਕਰਕੇ ਸਾਨੂੰ ਪੇਰੈਂਟਿੰਗ ਸਟ੍ਰੈਟੇਜੀ ਸਿੱਖਣ ਨੂੰ ਮਿਲੀਆਂ ਜਿਹੜੀਆਂ ਅਸੀਂ ਕਦੀ ਵੀ ਨਹੀਂ ਸੀ ਸਿੱਖਣੀਆਂ, ਅਸੀਂ ਕਦੀ ਸੋਚਣਾ ਹੀ ਨਹੀਂ ਸੀ ਉਹਨਾਂ ਦੇ ਬਾਰੇ। ਔਰ ਉਹ ਇਹੋ ਜਿਹੀਆਂ ਜਿਹੜੀ ਜੱਜਮੈਂਟ ਹੈ, ਅਸੀਂ ਜਦੋਂ ਕਿਸੇ ਬੱਚੇ ਨੂੰ ਟੈਂਟਰਮ ਕਰਦੇ ਦੇਖਦੇ ਹਾਂ ਜਾਂ ਕਿਸੇ ਅਡਲਟ ਨੂੰ ਸਰਟਨ ਬਿਹੇਵੀਅਰ ਦੇਖਦੇ ਹਾਂ ਤਾਂ ਅਸੀਂ ਇੱਕਦਮ ਉਹਨੂੰ ਜੱਜ ਕਰਦੇ ਹਾਂ, ਔਰ ਸਾਡੀ ਦੋਵਾਂ ਦੀ ਜਿਹੜੀ ਜੱਜਮੈਂਟ ਹੈ ਉਹ ਬਹੁਤ ਘੱਟ ਗਈ ਹੈ। ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਜਿਹੜੀ ਆਪਣੀ ਅੰਡਰਸਟੈਂਡਿੰਗ ਜਿਹੜੀ ਆ ਉਹ ਵਧਾਈਏ ਚੀਜ਼ਾਂ ਦੇ ਬਾਰੇ, ਕਿ ਇੱਕਦਮ ਕਿਸੇ ਚੀਜ਼ ਨੂੰ ਜੱਜ ਕਰਕੇ ਉਹਦੇ 'ਤੇ ਰਿਐਕਟ ਨਾ ਕਰੀਏ। ਸੋ ਆਈ ਥਿੰਕ ਨੈਚੁਰਲੀ ਜਦੋਂ ਜਿਹੜਾ ਪੇਰੈਂਟ ਹੈ ਉਹ ਜਦੋਂ ਆਪਣੇ ਬੱਚੇ ਨੂੰ ਸਟਰਗਲ ਕਰਦਾ ਦੇਖਦਾ, ਉਹਦੀ ਹੈਲਪ ਕਰਦਾ, ਆਈ ਥਿੰਕ ਨੈਚੁਰਲੀ ਯੂ ਬਿਕਮ ਸਟਰੋਂਗਰ, ਔਰ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਇਸ ਚੀਜ਼ ਦਾ। ਔਰ ਜਦੋਂ ਤੁਸੀਂ ਇੰਪਰੂਵਮੈਂਟ ਦੇਖਦੇ ਹੋ ਫਿਰ ਤੁਹਾਨੂੰ ਇਨਕਰੇਜਮੈਂਟ ਹੋਰ ਮਿਲ ਜਾਂਦੀ ਹੈ ਕਿ ਓਕੇ ਆਈ ਡੋਂਟ ਹੈਵ ਟੂ ਗਿਵ ਅਪ ਰਾਈਟ ਨਾਓ, ਕਿਉਂਕਿ ਜੇ ਮੈਂ ਹੁਣ ਗਿਵ ਅਪ ਕੀਤਾ ਤੇ ਬੱਚੇ ਦੀ ਇੰਪਰੂਵਮੈਂਟ ਡਰੋਪ ਹੋ ਜਾਏਗੀ, ਉਹ ਤੁਹਾਨੂੰ ਫਿਰ ਡਰਾਈਵ ਕਰਦਾ ਹੈ ਅੱਗੇ। ਇੱਕ ਆਪਾਂ ਇਸ ਪੱਖ ਤੋਂ ਤਾਂ ਗੱਲ ਕੀਤੀ ਕਿ ਜੇ ਤੁਹਾਡਾ ਬੱਚਾ ਕਿਸੇ ਡਿਸਆਰਡਰ ਤੋਂ ਪੀੜਤ ਹੈ ਤਾਂ ਉਹਦੇ ਬਾਰੇ ਕੀ ਕਰਨਾ। ਹੁਣ ਮੈਂ ਆਮ ਸਮਾਜ ਦੀ ਗੱਲ ਕਰਨਾ ਚਾਹੁੰਦੀ ਹਾਂ ਆਖਰ ਦੇ ਵਿੱਚ, ਕਿ ਜਿਹੜਾ ਇਨਸਾਨ ਇਹੋ ਜਿਹੇ ਪਰਿਵਾਰ ਨੂੰ ਦੇਖਦਾ ਹੈ ਜਾਂ ਇਹੋ ਜਿਹੇ ਬੱਚੇ ਨੂੰ ਦੇਖਦਾ ਤਾਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਜਾਂ ਕਹਿਣੀਆਂ ਚਾਹੀਦੀਆਂ, ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਉਸ ਪਰਿਵਾਰ ਨੂੰ ਸਹਿਯੋਗ ਦਿੱਤਾ ਜਾ ਸਕੇ, ਉਸ ਬੱਚੇ ਨੂੰ ਸਹਿਯੋਗ ਦਿੱਤਾ ਜਾ ਸਕੇ? ਹਾਂਜੀ, ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਕਿਹਾ ਕਿ ਜੱਜ ਨਾ ਕਰੋ ਰਾਈਟ ਅਵੇ, ਕੋਈ ਕਿਸੇ ਕਨਕਲੂਜਨ ਤੇ ਨਾ ਆਓ। ਜੇ ਤੁਹਾਨੂੰ ਕਿਤੇ ਕੁਛ ਇਹੋ ਜਿਹਾ ਪਰਿਵਾਰ ਜਾਂ ਇਹੋ ਜਿਹਾ ਬੱਚਾ, ਇਹੋ ਜਿਹਾ ਅਡਲਟ ਮਿਲਦਾ ਹੈ ਔਰ ਉਹ ਸਟਰਗਲ ਕਰ ਰਿਹਾ, ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਆਪਣੀ ਹੈਲਪ ਜਿਹੜੀ ਆਫਰ ਕਰ ਸਕੋ। ਡਿਸੇਬਿਲਿਟੀਜ਼ ਦੇ ਬਾਰੇ ਰਿਸਰਚ ਕਰੋ ਕਿ ਡਿਸੇਬਿਲਿਟੀਜ਼ ਵੱਖਰੀਆਂ ਵੱਖਰੀਆਂ ਕਿਹੜੀਆਂ ਨੇ। ਜੇ ਆਟਿਜ਼ਮ ਦੀ ਗੱਲ ਅੱਜ ਹੋ ਰਹੀ ਹੈ, ਤੁਸੀਂ ਆਨਲਾਈਨ ਜਾ ਕੇ ਹੋਰ ਇਨਫੋਰਮੇਸ਼ਨ ਕਰ ਸਕਦੇ ਹੋ ਕਿ ਅਸੀਂ ਹੈਲਪ ਕਿਵੇਂ ਕਰ ਸਕਦੇ ਹਾਂ। ਕਿ ਸਭ ਤੋਂ ਪਹਿਲਾਂ ਜੱਜ ਨਾ ਕਰੋ, ਕਿਸੇ ਕਨਕਲੂਜਨ ਤੇ ਨਾ ਜਾਓ। ਔਰ ਜੇ ਤੁਹਾਡੇ ਕਿਸੇ ਪਰਿਵਾਰਕ ਐਕਸਟੈਂਡਡ ਫੈਮਿਲੀ ਮੈਂਬਰ ਜਾਂ ਕੋਈ ਫਰੈਂਡ ਜਿੱਥੇ ਤੁਹਾਨੂੰ ਮੇਰੀਆਂ ਗੱਲਾਂ ਸੁਣ ਕੇ ਲੱਗ ਰਿਹਾ ਹੈ ਕਿ ਉਹਨਾਂ ਦਾ ਬੱਚਾ ਆਟਿਸਟਿਕ ਹੈ ਜਾਂ ਉਹ ਫਲਾਣਾ ਸਾਡੇ ਫੈਮਿਲੀ ਦੇ ਵਿੱਚ ਡਿਸੇਬਲ ਬੱਚਾ ਹੈ, ਕੋਈ ਵੀਲ ਚੇਅਰ ਤੇ ਹੈ, ਕੋਈ ਹੋਰ ਜਿਹੜੇ ਡਿਸੇਬਲ ਇਸ਼ੂਜ਼ ਨੇ, ਤੁਸੀਂ ਉਹਨਾਂ ਨੂੰ ਹੈਲਪ ਆਫਰ ਕਰੋ। ਕਿਉਂਕਿ ਉਹ ਜਿਹੜੀਆਂ ਫੈਮਿਲੀਜ਼ ਨੇ ਉਹ ਸ਼ਰਮਾਉਂਦੀਆਂ ਜਾਂ ਉਹਨਾਂ ਨੂੰ ਸ਼ਰਮ ਆਉਂਦੀ ਹੈ ਜਾਂ ਘਬਰਾਉਂਦੇ ਆ ਤੁਹਾਡੇ ਤੋਂ ਹੈਲਪ ਮੰਗਣ ਨੂੰ, ਪਰ ਜਦੋਂ ਤੁਸੀਂ ਹੈਲਪ ਆਫਰ ਕਰੋਗੇ ਦੇ ਵਿਲ ਐਕਸੈਪਟ ਇਟ, ਦੇ ਵਿਲ ਬੀ ਰਿਲੀਵਡ ਕਿ ਸਾਡੀ ਫੈਮਿਲੀ, ਸਾਡੀ ਕਮਿਊਨਿਟੀ ਦੇ ਵਿੱਚ ਮੈਂਬਰਸ ਨੇ ਜਿਹੜੀ ਆਪਣੀ ਹੈਲਪ ਆਫਰ ਕਰਦੇ ਨੇ। ਔਰ ਆਈ ਥਿੰਕ ਕਈ ਵਾਰੀ ਅਸੀਂ ਕਲਚਰਲੀ ਪਿੱਛੇ ਰਹਿ ਜਾਂਦੇ ਹਾਂ, ਅਸੀਂ ਓਪਨ ਨਹੀਂ ਹੈਗੇ ਇਸ ਚੀਜ਼ ਨੂੰ ਕਿ ਅਸੀਂ ਹੈਲਪ ਆਫਰ ਕਰੀਏ ਔਰ ਹੈਲਪ ਐਕਸੈਪਟ ਕਰੀਏ। ਔਰ ਮੈਂ ਸਮਝਦਾ ਕਿ ਹੈਲਪ ਮੰਗਣੀ ਔਰ ਹੈਲਪ ਦੇਣੀ ਸਭ ਤੋਂ ਜ਼ਿਆਦਾ ਕੋਰੇਜੀਅਸ ਟਾਸਕ ਹੈਗਾ, ਕਿਸੇ ਕੋਲ ਜਾ ਕੇ ਹੈਲਪ ਮੰਗਣੀ ਔਰ ਕਿਸੇ ਨੂੰ ਹੈਲਪ ਮੰਗਣ ਤੋਂ ਬਗੈਰ ਹੈਲਪ ਦੇਣੀ। ਆਈ ਥਿੰਕ ਇਹ ਬੜੀ ਬਰੇਵਰੀ ਦਾ ਕੰਮ ਹੈ। ਸੋ ਜੇ ਅਸੀਂ ਇਹ ਕਰਨਾ ਸ਼ੁਰੂ ਕਰ ਦਈਏ, ਆਈ ਥਿੰਕ ਵੀ ਵਿਲ ਸੀ ਚੇਂਜ। ਦੈਟਸ ਵੰਡਰਫੁਲ। ਜੇ ਕਿਸੇ ਨੇ ਹੋਰ ਜਾਣਕਾਰੀ ਲੈਣੀ ਹੋਵੇ ਤੁਹਾਡੀ ਸੰਸਥਾ ਬਾਰੇ, ਜਿਹੜਾ ਕੰਮ ਤੁਸੀਂ ਕਰ ਰਹੇ ਹੋ ਤੇ ਆਟਿਜ਼ਮ ਬਾਰੇ, ਕਿੱਥੋਂ ਲਿੱਤੀ ਜਾ ਸਕਦੀ ਹੈ? ਹਾਂਜੀ, ਅਸੀਂ ਸਾਰੇ ਸੋਸ਼ਲ ਮੀਡੀਆਜ਼ ਦੇ ਉੱਤੇ ਹੈਗੇ ਹਾਂ ਜੀ। ਫੇਸਬੁੱਕ ਦੇ ਉੱਤੇ 6 for Autism, ਤੁਸੀਂ ਇਹ ਗੂਗਲ ਤੇ, ਫੇਸਬੁੱਕ ਤੇ, ਟਵਿੱਟਰ ਤੇ ਜਾਂ ਇੰਸਟਾਗ੍ਰਾਮ ਤੇ ਤੁਸੀਂ ਸਰਚ ਕਰੋਗੇ ਤਾਂ ਸਾਡੇ ਉੱਥੇ ਪੇਜ ਨੇ, ਸਾਡੀ ਈਮੇਲ ਐਡਰੈਸ ਹੈਗੀ ਹੈ। ਔਰ ਜੇ ਕਿਸੇ ਨੇ ਟੈਲੀਫੋਨ ਕਰਨਾ ਮੈਨੂੰ ਸਿੱਧਾ ਟੈਲੀਫੋਨ ਵੀ ਕਰ ਸਕਦਾ, ਕੋਈ ਇਨਫੋਰਮੇਸ਼ਨ ਲੈਣੀ ਹੈ ਤੇ ਮੈਂ ਟੈਲੀਫੋਨ ਸ਼ੇਅਰ ਕਰ ਸਕਦਾ। ਜੇ 647-885-1900 647-885-1900 ਮੇਰਾ ਨੰਬਰ ਹੈ ਜੀ। ਔਰ ਨਹੀਂ ਤਾਂ ਸੋਸ਼ਲ ਮੀਡੀਆ ਦੇ ਉੱਤੇ ਸਾਰੀ ਇਨਫੋਰਮੇਸ਼ਨ ਪਈ ਹੈ। ਯੂ ਕੈਨ ਕੰਟੈਕਟ ਅਸ ਐਟ ਈਮੇਲ ਜਾਂ ਮੈਸੇਜ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ ਇਸ ਨੰਬਰ ਤੇ ਜਿਹੜਾ ਮੈਂ ਨੰਬਰ ਦਿੱਤਾ, ਜਾਂ ਤੁਸੀਂ ਕਾਲ ਕਰ ਸਕਦੇ ਹੋ। ਬਲਜੀਤ ਜੀ, ਥੈਂਕ ਯੂ ਫॉर द वर्क दैट यू आर डूइंग। ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਤੁਸੀਂ ਬਹੁਤ ਸਾਰੇ ਪਰਿਵਾਰਾਂ ਨੂੰ ਉਮੀਦ ਦੀ ਇੱਕ ਕਿਰਨ ਉਹਨਾਂ ਦੇ ਵਿੱਚ ਜਗਾ ਰਹੇ ਹੋ। ਸੋ ਥੈਂਕ ਯੂ ਫॉर द वर्क। ਹਾਂਜੀ, ਥੈਂਕ ਯੂ ਤੁਹਾਡਾ ਵੀ ਜੀ, ਕਿਉਂਕਿ ਮੀਡੀਆ ਦਾ ਬਹੁਤ ਵੱਡਾ ਰੋਲ ਹੈ ਕਿ ਤੁਸੀਂ ਇਸ ਟੌਪਿਕ ਤੇ ਗੱਲ ਕਰਨੀ ਚਾਹੀ ਅੱਜ। ਇਹ ਮੈਂ ਵੀ ਕਹਾਂਗਾ ਕਿ ਮੀਡੀਆ ਦਾ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਚੀਜ਼ ਨੂੰ ਅੱਗੇ ਲੈ ਕੇ ਆ ਰਹੇ ਹੋ। ਔਰ ਸਾਡਾ ਪੰਜਾਬੀ ਮੀਡੀਆ ਇਸ ਚੀਜ਼ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਸਕਦਾ ਹੈ। ਧੰਨਵਾਦ ਤੁਹਾਡਾ ਵੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।